परम सम्मान जो गुरु प्यारिओ, वाहिगुरु जी का खालसा, वाहिगुरु जी की फतेह। सिख मिशन कॉलेज ਵੱਲੋਂ ਅੱਜ ਦੀ ਗੁਰਮਤ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਅੱਜ ਸਾਡੇ ਨਾਲ ਵਿਚਾਰਾਂ ਦੀ ਸਾਂਝ ਕਰਨਗੇ ਵੀਰ ਭੁੱਲਾ ਸਿੰਘ ਜੀ USA ਤੋਂ। ਸੂਫੀ ਮਤ, ਸੂਫੀ ਪਰੰਪਰਾ ਅਤੇ ਸ਼ੇਖ ਫਰੀਦ ਜੀ, ਉਹਨਾਂ ਦਾ ਅੱਜ ਦਾ ਵਿਸ਼ਾ ਹੈ, ਜਿਨ੍ਹਾਂ ਨੂੰ ਅਸੀਂ ਬਾਬਾ ਸ਼ੇਖ ਫਰੀਦ ਸ਼ਕਰਗੰਜ ਦੇ ਨਾਮ ਨਾਲ ਵੀ ਯਾਦ ਕਰਦੇ ਹਾਂ। ਤੇ ਸਾਨੂੰ ਪਤਾ ਹੈ ਕਿ ਸੂਫੀ ਮਤ ਭਾਵੇਂ 8ਵੀਂ ਸਦੀ ਦੇ ਵਿੱਚ ਆਪਣੇ ਪੈਰ ਪੱਕੀ ਤਰ੍ਹਾਂ ਜਮਾ ਚੁੱਕਾ ਸੀ, ਪਰ ਉਸ ਸਮੇਂ 'ਚ ਸੂਫੀਆਂ ਨੂੰ ਜਿਹੜਾ ਮੁਸਲਮਾਨਾਂ ਦਾ ਵੱਡਾ ਹਿੱਸਾ ਸੀ, ਉਹ ਨਫ਼ਰਤ ਦੀ ਨਜ਼ਰ ਨਾਲ ਵੇਖਦਾ ਸੀ। ਮਨਸੂਰ ਬਿਨ ਹੁਸੈਨ ਉਹਨੂੰ ਮੌਤ ਦੀ ਸਜ਼ਾ ਵੀ ਦਿੱਤੀ ਗਈ। ਸੂਫੀਆਂ ਤੇ ਮੁਸਲਮਾਨਾਂ ਦੋਨਾਂ ਨੂੰ ਇਹ ਮਹਿਸੂਸ ਹੁੰਦਾ ਕਿ ਅਨੁਸ਼ਾਸਨ ਤੇ ਸਹਿਣਸ਼ੀਲਤਾ ਤੋਂ ਬਗੈਰ ਦੋਵੇਂ ਤਰ੍ਹਾਂ ਦਾ ਗੁਜ਼ਾਰਾ ਨਹੀਂ ਹੋ ਸਕਦਾ। ਤਾਂ ਸੂਫੀਆਂ ਵਾਸਤੇ ਕੁਰਾਨ ਤੇ ਪੈਗੰਬਰ ਦੀ ਹੱਦ ਮਿੱਥ ਕੇ ਇਹ ਕਹਿ ਦਿੱਤਾ ਗਿਆ ਕਿ ਉਹ ਬਾਅਦਬ ਹੋਣ। ਮਤਲਬ ਇਸ ਢੰਗ ਦੇ ਨਾਲ ਇਹ ਸੂਫੀ ਮਤ ਦੀ ਸ਼ੁਰੂਆਤ ਸੀ। ਕਿਹੜਾ ਮੁਸ਼ਕਿਲਾਂ ਚੋਂ ਲੰਘਣਾ ਪਿਆ, ਸੂਫੀ ਮਤ ਕਿਵੇਂ ਵਧਿਆ ਫੈਲਿਆ। ਸ਼ੇਖ ਫਰੀਦ ਜੀ, ਬਾਬਾ ਸ਼ੇਖ ਫਰੀਦ ਜੀ, ਜਿਨ੍ਹਾਂ ਦਾ ਮਾਣ ਪ੍ਰਾਪਤ ਹੈ ਕਿ ਉਹਨਾਂ ਦੀ ਰਚਨਾ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਥਾਨ ਮਿਲਿਆ, ਗੁਰਬਾਣੀ ਦੇ ਬਰਾਬਰ ਦਰਜਾ ਦਿੱਤਾ ਗਿਆ। ਉਹਨਾਂ ਦੇ ਜੀਵਨ ਬਾਰੇ ਤੇ ਸੂਫੀ ਮਤ ਬਾਰੇ ਅੱਜ ਅਸੀਂ ਵਿਚਾਰ ਸਰਵਣ ਕਰ ਰਹੇ ਹਾਂ। ਵਿਚਾਰਾਂ ਦੀ ਸਾਂਝ ਕਰ ਰਹੇ ਹਨ ਵੀਰ ਫੂਲਾ ਸਿੰਘ ਜੀ। ਬੇਨਤੀ ਕਰਦਾ ਹਾਂ ਵੀਰ ਜੀ, ਕਿਰਪਾ ਕਰੋ ਜੀ, ਅੱਜ ਦੀ ਇਹ ਸੂਫੀ ਮਤ ਅਤੇ ਬਾਬਾ ਫਰੀਦ ਸ਼ਕਰਗੰਜ ਸਾਡੇ ਨਾਲ ਵਿਚਾਰ ਸਾਂਝੇ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਵਿਸ਼ਾ ਹੈ ਸੂਫੀ ਮਤ ਅਤੇ ਬਾਬਾ ਸ਼ੇਖ ਫਰੀਦ ਸ਼ਕਰਗੰਜ। ਇਸਲਾਮ ਦੇ ਅਧਿਆਤਮਵਾਦੀਆਂ ਨੂੰ ਸੂਫੀ ਕਹਿੰਦੇ ਹਨ। ਸੂਫੀ ਸ਼ਬਦ ਕਿਵੇਂ ਤੇ ਕਿਸ ਧਾਤੂ ਤੋਂ ਬਣਿਆ, ਇਸ ਬਾਰੇ ਅੱਜ ਦੇ ਵਿਦਵਾਨਾਂ ਦੀ ਪ੍ਰਮਾਣਿਤ ਰਾਏ ਇਹ ਹੈ ਕਿ ਇਹ ਸੂਫੀ ਸ਼ਬਦ ਸੂਫ ਤੋਂ ਨਿਕਲਿਆ ਹੈ। ਸੂਫ ਦੇ ਅਰਥ ਹਨ ਊਨੀ ਮੋਟਾ ਕੱਪੜਾ। ਦਰਵੇਸ਼ ਲੋਕ ਆਮ ਤੌਰ ਪਰ ਇਹੀ ਕੱਪੜਾ ਪਹਿਨਦੇ ਹਨ। ਇਹ ਬਹੁਤੀ ਵਾਰੀ ਕਾਲੀ ਉੱਨ ਦਾ ਬਣਿਆ ਹੁੰਦਾ ਹੈ। ਸ਼ੇਖ ਫਰੀਦ ਜੀ ਦਾ ਸ਼ਲੋਕ ਕਾਲੇ ਮਹਿੰਦੇ ਕੱਪੜੇ, ਕਾਲਾ ਮਹਿੰਦਾ ਵੇਸ, ਗੁਨਹੀ ਭਰਿਆ ਮੈਂ ਫਿਰਾਂ, ਲੋਕ ਕਹੇ ਦਰਵੇਸ਼, ਵੀ ਇਸੇ ਤੱਥ ਦੀ ਪੁਸ਼ਟੀ ਕਰਦਾ ਹੈ। ਇਸ ਤਰ੍ਹਾਂ ਸੂਫੀ ਸ਼ਬਦ ਸੂਫ ਤੋਂ ਨਿਕਲਿਆ ਹੀ ਸਿੱਧ ਹੁੰਦਾ ਹੈ। ਸੂਫੀ ਲੋਕ ਆਪਣਾ ਸਿਲਸਿਲਾ ਹਜ਼ਰਤ ਅਲੀ ਚੌਥੇ ਖਲੀਫੇ ਨਾਲ ਜੋੜਦੇ ਹਨ, ਕਿਉਂਕਿ ਹਜ਼ਰਤ ਅਲੀ ਦਰਵੇਸ਼ ਸੁਭਾਅ ਦੇ ਸਨ। ਸੋ ਸੂਫੀ ਵਿਚਾਰਧਾਰਾ ਵੀ ਇਤਨੀ ਹੀ ਪੁਰਾਣੀ ਹੈ ਜਿਤਨੀ ਇਸਲਾਮੀ ਜ਼ਿੰਦਗੀ ਹੈ। ਪਹਿਲੇ ਦੌਰ ਦੇ ਸੂਫੀਆਂ ਵਿੱਚ ਹਸਨ ਬਸਰੀ, ਰਾਬੀਆ, ਇਮਾਨ, ਜਾਫਰ ਸਦਕ ਆਦਿ ਦੇ ਨਾਂ ਲਏ ਜਾ ਸਕਦੇ ਹਨ। ਇਹ ਲੋਕ ਸਦਾ ਅੱਲਾਹ ਤਾਲਾ ਦੀ ਯਾਦ ਵਿੱਚ ਮਗਨ ਰਹਿੰਦੇ ਸਨ। ਸਾਰੇ ਵੱਡੇ ਸੂਫੀ ਇਸਲਾਮ ਵਿੱਚ ਕੇਵਲ ਯਕੀਨ ਹੀ ਨਹੀਂ ਰੱਖਦੇ, ਸਗੋਂ ਇਸਲਾਮ ਦਾ ਪ੍ਰਚਾਰ ਕਰਨਾ ਹੀ ਇਹਨਾਂ ਦਾ ਮੁੱਖ ਕਰਤੱਵ ਰਿਹਾ ਹੈ। ਸਾਰੇ ਮਹਾਨ ਸੂਫੀਆਂ ਨੇ ਇਸਲਾਮ ਅਤੇ ਕੁਰਾਨ ਪਾਕ ਦੇ ਹੁਕਮ ਤੇ ਚੱਲਣ ਦੀ ਪੁਸ਼ਟੀ ਕੀਤੀ ਹੈ। ਭਾਵੇਂ ਸੂਫੀ ਵਿਚਾਰਧਾਰਾ ਇਸਲਾਮ ਤੋਂ ਸੁਤੰਤਰ ਵਿਚਾਰਧਾਰਾ ਨਹੀਂ ਸੀ, ਫਿਰ ਵੀ ਈਰਾਨ ਵਿੱਚ ਪਹੁੰਚ ਕੇ ਇਸ ਦੀ ਖਾਸ ਰੂਪ-ਰੇਖਾ ਚਿਤਰੀ ਗਈ। ਇਹ ਵਿਚਾਰਧਾਰਾ ਤਪੱਸਿਆ ਤੇ ਰਿਆਜ਼ਤ ਭਾਵ ਮਿਹਨਤ ਦੀ ਸੀ। ਸੂਫੀ ਸਾਧਕਾਂ ਦੀ ਤਪੱਸਿਆ ਦੇ ਪੜਾਵਾਂ ਨੂੰ 4 ਹਿੱਸਿਆਂ ਸ਼ਰੀਅਤ, ਤਰੀਕਤ, ਮਾਰਫਤ ਅਤੇ ਹਕੀਕਤ ਵਿੱਚ ਵੰਡਿਆ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਮਾਰੂ ਰਾਗ ਵਿੱਚ ਲਿਖਦੇ ਹਨ, ਸਾਰਾ ਸਰੀਰਤ ਲੈ ਕਮਾਵੋ, ਤਰੀਕਤ ਤਰਕ ਖੋਜ ਟੁਲਾਵੋ, ਮਾਰਫਤ ਮਨ ਮਾਰੋ ਅਬਦਾਲਾ, ਮਿਲੋ ਹਕੀਕਤ ਜਿਤ ਫਿਰ ਨਾ ਮਰਾ।
अंक 1083। पहली है शरीयत। शरीयत अरबी शब्द है। इसका अर्थ है विशाल मार्ग। पिछों ये शब्द धर्म मर्यादा ਲਈ ਵਰਤਣ ਜਾਣ ਲੱਗਾ। ਇਸਲਾਮ ਵਿੱਚ ਸ਼ਰੀਅਤ ਉਹ ਰਹਿਣੀ ਬਹਿਣੀ ਹੈ ਜੋ ਕੁਰਾਨ ਤੇ ਹਦੀਸ ਅਨੁਸਾਰ ਮੁਸਲਮਾਨਾਂ ਲਈ ਧਾਰਨੀ ਜ਼ਰੂਰੀ ਹੈ। ਹੌਲੀ ਹੌਲੀ ਹੋਰ ਧਰਮਾਂ ਵਾਂਗ ਅੰਦਰਲੀ ਰਹਿਤ ਵੱਲ ਘੱਟ ਧਿਆਨ ਦਿੱਤਾ ਜਾਣ ਲੱਗਾ ਤੇ ਬਾਹਰਲੇ ਕਰਮਕਾਂਡ, ਰੋਜ਼ਾ, ਨਮਾਜ਼ ਆਦਿ ਹੀ ਸਾਰੀ ਸ਼ਰੀਅਤ ਬਣ ਕੇ ਰਹਿ ਗਿਆ। ਸੂਫੀ ਮਹਾਤਮਾ ਨੇ ਇਸ ਸ਼ਰੀਅਤ ਦੀ ਥਾਂ ਸ਼ੁਭ ਕਰਨੀ ਉੱਤੇ ਵਧੇਰੇ ਜ਼ੋਰ ਦਿੱਤਾ ਤੇ ਸੱਚੇ ਧਰਮੀ ਬਣਨ ਦੀ ਪ੍ਰੇਰਨਾ ਕੀਤੀ। ਦੂਸਰਾ ਹੈ ਤਰੀਕਤ। ਸੂਫੀਆਂ ਦੇ 4 ਸਾਧਨ ਮਾਰਗਾਂ ਵਿੱਚੋਂ ਤਰੀਕਤ ਦੂਜਾ ਸਾਧਨ ਹੈ। ਤਰੀਕਤ ਦਾ ਲਫ਼ਜ਼ੀ ਮਾਨਾ ਹੈ ਆਤਮ ਸ਼ੁੱਧੀ ਜਾਂ ਅੰਦਰ ਦੀ ਪਵਿੱਤਰਤਾ। ਭਾਵ ਇਸ ਦਾ ਇਹ ਹੈ ਕਿ ਬਾਹਰਲੇ ਕਰਮ ਧਰਮ ਤੋਂ ਬਾਅਦ ਆਤਮਕ ਪਵਿੱਤਰਤਾ ਲਈ ਯਤਨ ਕਰਨਾ ਤਰੀਕਤ ਹੈ। ਮਜ਼੍ਹਬੀ ਤਰੀਕੇ ਸਮਝਾਉਣ ਵਾਲੀਆਂ ਕਿਤਾਬਾਂ ਲਈ ਵੀ ਇਹ ਸ਼ਬਦ ਵਰਤਿਆ ਗਿਆ ਹੈ। ਕਬੀਰ ਜੀ ਗੌੜੀ ਰਾਗ ਵਿੱਚ ਕਹਿੰਦੇ ਹਨ, ਤੁਰਕ ਤਰੀਕਤ ਜਾਣੀਐ ਹਿੰਦੂ ਵੇਦ ਪੁਰਾਣ, ਅੰਕ 340। ਤੀਸਰਾ ਹੈ ਮਾਰਫਤ। ਸੂਫੀ ਮਤ ਅਨੁਸਾਰ ਜੀਵਨ ਸਾਧਨਾ ਦੀ ਤੀਜੀ ਅਵਸਥਾ ਹੈ ਮਾਰਫਤ। ਸੋ ਮਾਰਫਤ ਉਹ ਅਵਸਥਾ ਹੈ ਜਦੋਂ ਜਗਿਆਸੂ ਗਿਆਨ ਪ੍ਰਾਪਤੀ ਦੀ ਮੰਜ਼ਿਲ ਤੇ ਪਹੁੰਚਦਾ ਹੈ। ਗੁਰੂ ਸਾਹਿਬ ਦੀ ਦ੍ਰਿਸ਼ਟੀ ਵਿੱਚ ਮਨ ਦੀ ਸੁਧਾਈ ਹੀ ਮਾਰਫਤ ਹੈ, ਕਿਉਂਕਿ ਇਸ ਸੋਧ ਉਪਰੰਤ ਹੀ ਸ਼ੁੱਧ ਗਿਆਨ ਹਾਸਲ ਹੁੰਦਾ ਹੈ। ਮਾਰਫਤ ਮਨ ਮਾਰੋ ਅਬਦਾਲਾ। ਫਕੀਰਾਂ ਦੇ 5 ਦਰਜੇ ਹਨ, ਵਲੀ, ਗੌਸ, ਕੁਤਬ, ਅਬਦਾਲ ਤੇ ਕਲੰਦਰ। ਸੋ ਅਬਦਾਲ ਫਕੀਰਾਂ ਦਾ ਚੌਥਾ ਦਰਜਾ ਹੈ। ਚੌਥੀ ਹੈ ਹਕੀਕਤ। ਸੂਫੀ ਮਤ ਵਿੱਚ ਅਧਿਆਤਮਕ ਜੀਵਨ ਦੀ ਆਖਰੀ ਮੰਜ਼ਿਲ ਹੈ ਹਕੀਕਤ। ਇਸ ਦਾ ਭਾਵ ਹੈ ਸੱਚ ਦਾ ਪ੍ਰਕਾਸ਼, ਜਿੱਥੇ ਸੱਚ ਦਾ ਅਨੁਭਵ ਹੁੰਦਾ ਹੈ ਤੇ ਸਾਧਕ ਉਸ ਨਾਲ ਅਭੇਦ ਹੋ ਜਾਂਦਾ ਹੈ। ਜਿਵੇਂ ਮਿਲੋ ਹਕੀਕਤ ਜਿਤ ਫਿਰ ਨਾ ਮਰਾ, ਮਾਰੂ ਮਹੱਲਾ ਪੰਜਵਾਂ, ਅੰਕ 1083। ਭਾਰਤ ਵਿੱਚ ਸੂਫੀਵਾਦ ਦਾ ਆਰੰਭ। ਭਾਰਤ ਵਿੱਚ ਮਹਿਮੂਦ ਗਜ਼ਨਵੀ ਰਾਜ ਸਮੇਂ ਸੂਫੀ ਸੰਤਾਂ ਨੇ ਭਾਰਤ ਵਿੱਚ ਆ ਕੇ ਡੇਰੇ ਲਾ ਲਏ। ਮਹਿਮੂਦ ਨੇ 17 ਹਮਲੇ ਭਾਰਤ ਤੇ ਕੀਤੇ ਸਨ ਤੇ 1001 ਤੱਕ ਮਹਿਮੂਦ ਗਜ਼ਨਵੀ ਪੰਜਾਬ ਉੱਪਰ ਕਬਜ਼ਾ ਕਰ ਚੁੱਕਾ ਸੀ। ਸੂਫੀ ਵਿਚਾਰਧਾਰਾ ਦਾ ਕੇਂਦਰ ਸਥਾਪਿਤ ਕਰਨ ਵਾਲੇ ਪਹਿਲੇ ਸੂਫੀ ਹਜ਼ਰਤ ਦਾਤਾ ਗੰਜ ਬਖਸ਼ ਦੇ ਨਾਂ ਨਾਲ ਪ੍ਰਸਿੱਧ ਸਨ। ਆਪ ਗਜਨੀ ਤੋਂ 1040 ਈਸਵੀ ਵਿੱਚ ਆਏ ਤੇ ਆਪ ਦਾ ਦੇਹਾਂਤ 1072 ਈਸਵੀ ਦੇ ਲਗਭਗ ਲਾਹੌਰ ਵਿੱਚ ਹੋਇਆ। ਇਸ ਸਮੇਂ ਦਾ ਦੂਜਾ ਵੱਡਾ ਸੁਲਤਾਨ ਸਖੀ ਸਰਵਰ 1181 ਈਸਵੀ ਵਿੱਚ ਹੋਇਆ, ਜੋ ਲਖੀ ਦਾਤਾ ਦੇ ਨਾਂ ਨਾਲ ਮਸ਼ਹੂਰ ਸੀ। ਸੁਲਤਾਨ ਸਖੀ ਸਰਵਰ ਦੇ ਉਪਾਸ਼ਕ ਸਾਰੇ ਪੰਜਾਬ ਵਿੱਚ ਫੈਲੇ ਹੋਏ ਸਨ, ਜਿਨ੍ਹਾਂ ਵਿੱਚ ਗੈਰ ਮੁਸਲਮ ਵੀ ਸਨ। ਜਲੰਧਰ ਜ਼ਿਲ੍ਹੇ ਵਿੱਚ ਇਹਨਾਂ ਦੀ ਗਿਣਤੀ ਕਾਫੀ ਸੀ, ਪਰ ਸੂਫੀਆਂ ਦਾ ਸਭ ਤੋਂ ਪ੍ਰਸਿੱਧ ਸਿਲਸਿਲਾ ਚਿਸ਼ਤੀਆਂ ਦਾ ਹੈ। ਚਿਸ਼ਤੀਆਂ ਦਾ ਸਿਲਸਿਲਾ ਇਰਾਕ ਦੇ ਸੂਫੀ ਸ਼ੇਖ ਇਸਹਾਕ ਚਿਸ਼ਤੀ ਤੋਂ 9ਵੀਂ ਸਦੀ ਵਿੱਚ ਸ਼ੁਰੂ ਹੋਇਆ। ਉਹਨਾਂ ਦਾ ਜੱਦੀ ਵਤਨ ਚਿਸ਼ਤ ਸੀ, ਜੋ ਖੁਰਾਸਾਨ ਪ੍ਰਾਂਤ ਵਿੱਚ ਸਥਿਤ ਸੀ, ਪਰ ਉਹਨਾਂ ਨੇ ਕਰੜੀ ਤਪੱਸਿਆ ਬਗਦਾਦ ਵਿਖੇ ਕੀਤੀ। ਭਾਰਤ ਵਿੱਚ ਇਸ ਦੇ ਬਾਨੀ ਖਵਾਜਾ ਮੁਇਨੁੱਦੀਨ ਅਜਮੇਰੀ ਸਨ। ਆਪ 1161 ਵਿੱਚ ਲਾਹੌਰ ਆਏ ਤੇ ਦਿੱਲੀ ਹੁੰਦੇ ਹੋਏ ਅਜਮੇਰ ਜਾ ਮੱਲਿਆ, ਇਸੇ ਲਈ ਉਹਨਾਂ ਨੂੰ ਅਜਮੇਰੀ ਕਹਿੰਦੇ ਹਨ। ਉੱਥੇ ਹੀ 1234 ਈਸਵੀ ਨੂੰ ਉਹਨਾਂ ਦਾ ਦੇਹਾਂਤ ਹੋਇਆ। ਇਹਨਾਂ ਤੋਂ ਬਾਅਦ ਖਵਾਜਾ ਬਖਤਿਆਰ ਕਾਕੀ ਆਪ ਜੀ ਦੀ ਗੱਦੀ ਪੁਰ ਬੈਠੇ ਤੇ ਉਹਨਾਂ ਨੇ ਦਿੱਲੀ ਜਾ ਡੇਰਾ ਲਾਇਆ ਤੇ ਉਹਨਾਂ ਤੋਂ ਪਿੱਛੋਂ ਇਸ ਗੱਦੀ ਦੇ ਵਾਰਸ ਸ਼ੇਖ ਫਰੀਦ ਸ਼ਕਰਗੰਜ ਬਣੇ। ਸ਼ੇਖ ਫਰੀਦ ਜੀ ਨੇ ਆਪਣਾ ਕੇਂਦਰ ਪਾਕਪਟਨ ਜ਼ਿਲ੍ਹਾ ਮੁੰਟਗੁਮਰੀ ਪੰਜਾਬ ਵਿੱਚ ਕਾਇਮ ਕੀਤਾ। ਇੱਥੇ ਉਹਨਾਂ ਨੂੰ ਮੁਰਸ਼ਦ ਦੇ ਹੁਕਮ ਮੁਤਾਬਕ ਅਯੋਜਨ
ਜਿਹੇ ਵੀਰਾਨੇ ਜੰਗਲ ਵਿੱਚ ਹੀ ਡੇਰੇ ਲਾਉਣੇ ਪਏ। 13ਵੀਂ ਸਦੀ ਦੇ ਅੰਤ ਤੱਕ ਸੂਫੀ ਦਰਵੇਸ਼ ਸਾਰੇ ਉੱਤਰੀ ਭਾਰਤ ਵਿੱਚ ਫੈਲ ਚੁੱਕੇ ਸਨ। ਪੰਜਾਬ ਦੇ ਪਹਿਲੇ ਸੂਫੀ ਕਵੀ ਸ਼ੇਖ ਫਰੀਦ ਜੀ ਹਨ। ਪੰਜਾਬ ਵਿੱਚ ਸੂਫੀ ਕਾਵਿ ਸ਼ੇਖ ਫਰੀਦ ਜੀ ਦੇ ਸ਼ਲੋਕਾਂ ਨਾਲ ਸ਼ੁਰੂ ਹੋਇਆ। ਆਪ ਦੇ 112 ਸ਼ਲੋਕ ਅਤੇ 4 ਸ਼ਬਦ। ਆਸਾ ਰਾਗ ਵਿੱਚ ਇੱਕ ਚੌਪਦਾ, ਇੱਕ ਅਸ਼ਟਪਦੀ ਤੇ ਸੂਹੀ ਰਾਗ ਵਿੱਚ ਇੱਕ ਚੌਪਦਾ ਤੇ ਇੱਕ ਤ੍ਰਿਪਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ। ਅੱਲਾ ਦੀ ਵਡਿਆਈ, ਸੰਸਾਰ ਦੁੱਖਾਂ ਦਾ ਕਾਰਨ, ਤਪ, ਬਿਰਹਾ, ਇਸ਼ਕ, ਵਿਰਾਗ, ਨਿਮਰਤਾ ਆਦਿ ਆਪ ਦੇ ਕਾਵਿ ਦੇ ਪਿਆਰੇ ਵਿਸ਼ੇ ਹਨ। ਫਰੀਦ ਕਾਵਿ ਦੀ ਬਿੰਬਾਵਲੀ ਤੇ ਪ੍ਰਤੀਕ ਵਿਧਾਨ ਸਲਾਹੁਣਯੋਗ ਹੈ। ਸ਼ਾਹ ਹੁਸੈਨ, ਸੁਲਤਾਨ ਬਾਹੂ, ਬੁੱਲੇ ਸ਼ਾਹ, ਹਾਸ਼ਮ ਤੇ ਗੁਲਾਮ ਫਰੀਦ ਪੰਜਾਬ ਦੇ ਹੋਰ ਪ੍ਰਸਿੱਧ ਸੂਫੀ ਕਵੀ ਹੋਏ ਹਨ। ਫਰੀਦ ਜੀ ਦਾ ਜੀਵਨ। ਸ਼ੇਖ ਫਰੀਦ ਜੀ ਦਾ ਪੂਰਾ ਨਾਮ ਫਰੀਦੋਦੀਨ ਮਸੂਦ ਸੀ। ਆਪ ਦਾ ਜਨਮ 5 ਅਪ੍ਰੈਲ 1173 ਈਸਵੀ ਵਿੱਚ ਪਿੰਡ ਕੋਠੀਵਾਲ, ਜ਼ਿਲ੍ਹਾ ਮੁਲਤਾਨ, ਜਿਸ ਨੂੰ ਅੱਜ ਕੱਲ੍ਹ ਚੌਲੀ ਮੁਸ਼ਤਖਾਂ ਕਹਿੰਦੇ ਹਨ, 569 ਹਿਜਰੀ ਦੇ ਰਮਜ਼ਾਨ ਮਹੀਨੇ ਦੇ ਪਹਿਲੇ ਰੋਜ਼ੇ ਵਾਲੇ ਦਿਨ ਹੋਇਆ। ਆਪ ਦੇ ਪਿਤਾ ਦਾ ਨਾਮ ਜਮਾਲਉਦੀਨ ਸੁਲੇਮਾਨ ਤੇ ਦਾਦੇ ਦਾ ਨਾਮ ਸ਼ੇਖ ਸ਼ੈਬ ਸੀ। ਆਪ ਦੀ ਮਾਤਾ ਦਾ ਨਾਮ ਮਰੀਮ ਸੀ, ਜੋ ਕਿ ਬੜੀ ਹੀ ਧਾਰਮਿਕ ਰੁਚੀਆਂ ਵਾਲੀ ਇਸਤਰੀ ਸੀ। ਆਪ ਦੀ ਸੰਸਾਰਕ ਕੁਲਪੱਤਰੀ ਮੁਸਲਮਾਨਾਂ ਦੇ ਦੂਜੇ ਖਲੀਫੇ ਤੇ ਕਾਬਲ ਦੇ ਸ਼ਾਹੀ ਘਰਾਣੇ ਨਾਲ ਮੇਲੀ ਗਈ ਹੈ, ਭਾਵੇਂ ਉਸ ਖਾਨਦਾਨ ਵਿੱਚੋਂ ਸਨ। ਫਰੀਦ ਜੀ ਦੇ ਦਾਦਾ ਤੇ ਪਿਤਾ 1125 ਈਸਵੀ ਵਿੱਚ ਕਾਬਲ ਤੇ ਗਜ਼ਨੀ ਵਿੱਚ ਛਿੜੀ ਬਦਅਮਨੀ ਤੋਂ ਤੰਗ ਆ ਕੇ ਪੰਜਾਬ ਵੱਲ ਆਏ ਸਨ। ਗਜ਼ਨੀ ਕਾਬਲ ਤੋਂ 93 ਮੀਲ ਦੱਖਣ ਵੱਲ ਹੈ। ਫਰੀਦ ਜੀ ਨੇ ਕੋਠੀਵਾਲ ਨੂੰ ਛੱਡ ਕੇ ਉਹ ਮੁਲਤਾਨ ਚਲੇ ਗਏ, ਕਿਉਂਕਿ ਉਨੀ ਦਿਨੀ ਮੁਲਤਾਨ ਸੰਸਾਰਕ ਤੇ ਰੂਹਾਨੀ ਵਿਦਿਆ ਦਾ ਕੇਂਦਰ ਸੀ। ਆਪ ਨੇ ਛੋਟੀ ਉਮਰ ਵਿੱਚ ਹੀ ਕੁਰਾਨ ਸ਼ਰੀਫ ਜ਼ੁਬਾਨੀ ਯਾਦ ਕਰ ਲਿਆ ਸੀ। ਆਪ ਨੇ ਅਰਬੀ ਜ਼ੁਬਾਨ ਵਿੱਚ ਵੀ ਕਾਫੀ ਲਿਆਕਤ ਹਾਸਲ ਕਰ ਲਈ ਸੀ। ਫਾਰਸੀ ਵੀ ਆਪ ਨਾਲ ਪੜ੍ਹਦੇ ਰਹੇ ਅਤੇ ਛੋਟੀ ਉਮਰ ਵਿੱਚ ਹੀ ਆਪ ਜੀ ਦੀ ਗਿਣਤੀ ਵੱਡੇ ਵੱਡੇ ਆਲਮਾਂ ਫਾਜ਼ਲਾਂ ਭਾਵ ਵਿਦਵਾਨਾਂ ਤੇ ਪੰਡਤਾਂ ਵਿੱਚ ਹੋਣ ਲੱਗੀ। ਇੱਕ ਵਾਰ ਖਵਾਜਾ ਕਾਕੀ ਜਦ ਮੁਲਤਾਨ ਸ਼ਰੀਫ ਲਿਆਏ, ਤਦ ਫਰੀਦ ਜੀ ਉਹਨਾਂ ਦੇ ਵਿਚਾਰਾਂ ਅਤੇ ਰੂਹਾਨੀਅਤ ਤੋਂ ਬੜੇ ਹੀ ਪ੍ਰਭਾਵਿਤ ਹੋਏ ਅਤੇ ਉਹਨਾਂ ਦੇ ਨਾਲ ਹੀ ਦਿੱਲੀ ਜਾਣ ਵਾਸਤੇ ਤਿਆਰ ਹੋ ਗਏ। ਇਹ ਦੇਖ ਕੇ ਬਖਤਿਆਰ ਕਾਕੀ ਜੀ ਨੇ ਕਿਹਾ, ਪਹਿਲੋਂ ਦੁਨਿਆਵੀ ਵਿਦਿਆ ਪ੍ਰਾਪਤ ਕਰੋ, ਇਸ ਪਿੱਛੋਂ ਮੇਰੇ ਪਾਸ ਆਉਣਾ, ਕਿਉਂਕਿ ਬੇਇਲਮ ਸੂਫੀ ਦਰਵੇਸ਼ ਸ਼ੈਤਾਨ ਦਾ ਅੱਡਾ ਹੁੰਦਾ ਹੈ। ਫਰੀਦ ਜੀ ਉੱਪਰ ਇਹਨਾਂ ਸ਼ਬਦਾਂ ਦਾ ਬੜਾ ਡੂੰਘਾ ਅਸਰ ਪਿਆ ਅਤੇ ਦਿਨ ਰਾਤ ਇਲਮ ਹਾਸਲ ਕਰਨ ਲਈ ਜੁਟ ਗਏ। ਹੋਰ ਵਿਦਿਆ ਦੇ ਸ਼ੌਕ ਅਧੀਨ ਮੁਲਤਾਨ ਨੂੰ ਛੱਡ ਕੇ ਕੰਧਾਰ ਜਾ ਪੁੱਜੇ ਤੇ ਉੱਥੇ ਜਾ ਕੇ 5 ਸਾਲ ਪੜ੍ਹਾਈ ਕੀਤੀ। ਜਦ ਪੜ੍ਹਾਈ ਕਰਕੇ ਵਾਪਸ ਆਪਣੇ ਪਿਆਰੇ ਦੇਸ਼ ਆਏ ਤਾਂ ਸਿੱਧੇ ਆਪਣੇ ਮੁਰਸ਼ਦ ਬਖਤਿਆਰ ਕਾਕੀ ਜੀ ਦੀ ਸੇਵਾ ਵਿੱਚ ਦਿੱਲੀ ਜਾ ਹਾਜ਼ਰ ਹੋਏ। ਫਰੀਦ ਜੀ ਨੂੰ ਦੇਖ ਕੇ ਖਵਾਜਾ ਜੀ ਬਹੁਤ ਹੀ ਪ੍ਰਸੰਨ ਹੋਏ ਤੇ ਆਪ ਨੇ ਫਰੀਦ ਜੀ ਨੂੰ ਤਪੱਸਿਆ ਤੇ ਭਗਤੀ ਲਈ ਇੱਕ ਹੁਜਰਾ ਭਾਵ ਕੋਠੜੀ ਦਿੱਤੀ, ਜਿਸ ਨੇ ਥੋੜੇ ਹੀ ਸਮੇਂ ਵਿੱਚ ਬਾਬਾ ਫਰੀਦ ਜੀ ਨੂੰ ਰੂਹਾਨੀ ਅਰਸ਼ ਉੱਤੇ ਪਹੁੰਚਾ ਦਿੱਤਾ। ਮੁਰਸ਼ਦ ਦੀ ਆਗਿਆ ਨਾਲ ਫਰੀਦ ਜੀ ਦਿੱਲੀ ਤੋਂ ਹਾਂਸੀ ਸ਼ਹਿਰ ਚਲੇ ਗਏ ਤੇ ਉੱਥੇ ਹੀ ਰਿਆਜ਼ਤ ਭਾਵ ਮਿਹਨਤ ਤੇ ਇਬਾਦਤ ਵਿੱਚ ਲਵਲੀਨ ਹੋਏ। ਬਾਹਰੀ ਦੁਨੀਆ ਵੱਲੋਂ ਮੂੰਹ ਮੋੜੀ ਬੈਠੇ ਰਹਿੰਦੇ। ਪੀਰ ਦੇ ਅਕਾਲ ਚਲਾਣੇ ਬਾਰੇ ਸੁਣ ਕੇ ਆਪ ਦਿੱਲੀ ਪਹੁੰਚੇ ਤੇ ਦਿੱਲੀ ਆ ਕੇ ਮੁਰਸ਼ਦ ਦੀ ਗੱਦੀ ਸੰਭਾਲਣ ਲਈ
ਉਹਨਾਂ ਦੀ ਗੋਦੜੀ ਤੇ ਡੰਡਾ ਪ੍ਰਾਪਤ ਕੀਤਾ। ਆਪ ਮੁੜ ਹਾਂਸੀ ਤਸ਼ਰੀਫ ਲੈ ਗਏ ਅਤੇ ਉੱਥੇ ਜਮਾਲੋਦੀਨ ਹਾਂਸਵੀ ਨੂੰ ਆਪਣਾ ਉੱਤਰਾਧਿਕਾਰੀ ਖਲੀਫਾ ਪਾਵਜਾਨਸ਼ੀਨ ਬਣਾ ਕੇ ਆਪ ਫਿਰ ਅਯੋਧਨ ਵਿੱਚ ਚਲੇ ਗਏ। ਅਯੋਧਨ ਹੀ ਫਰੀਦ ਜੀ ਦੇ ਉੱਤੇ ਵਸਣ ਕਾਰਨ ਪਾਕ ਪੱਤਣ ਭਾਵ ਪਵਿੱਤਰ ਘਾਟ ਅਖਵਾਇਆ। ਇਹ ਦਰਿਆ ਸਤਲੁਜ ਦਾ ਘਾਟ ਹੈ, ਪਰ ਇਸ ਦਾ ਨਾਮ ਅੰਗਰੇਜ਼ੀ ਅਸਰ ਨਾਲ ਪਾਕਪਟਨ ਬਣ ਗਿਆ ਜਾਪਦਾ ਹੈ, ਕਿਉਂਕਿ ਅੰਗਰੇਜ਼ ਤੱਤਾ ਦਾ ਉਚਾਰਨ ਟੈਂਕਾ ਕਰਦੇ ਹਨ, ਸੋ ਪੱਤਣ ਦੀ ਥਾਂ ਤੇ ਪਟਨ ਪਾਕਪਟਨ ਬਣ ਗਿਆ। ਇਹ ਮੁਲਤਾਨ ਦਾ ਇਲਾਕਾ ਹੈ। ਮੁਲਤਾਨ ਮਿੱਟੀ ਘੱਟੇ, ਗਰਮੀ ਤੇ ਕਬਰਸਤਾਨਾਂ ਦੇ ਨਾਲ ਫਕੀਰਾਂ ਦਾ ਵੀ ਕੇਂਦਰ ਚਿਰਾਂ ਤੋਂ ਹੈ। ਇਸੇ ਲਈ ਪੁਰਾਣੀ ਕਹਾਵਤ ਹੈ, ਚਾਰ ਚੀਜ਼ੀ ਤੋਹਫਾ ਏ ਮੁਲਤਾਨ, ਗਰਦ ਗਰਮਾ ਗਦਾ ਔਰ ਗੋਰਸਤਾਨ। ਸਾਰੇ ਗੱਗੇ ਨਾਲ ਸ਼ੁਰੂ ਹੁੰਦੇ ਹਨ। ਗਦਾ ਹੈ ਫਕੀਰ, ਗੋਰ ਕਬਰ ਹੁੰਦੀ ਹੈ ਕਬਰਸਤਾਨ। ਬਾਬਾ ਫਰੀਦ ਜੀ ਦੇ ਪਰਿਵਾਰ ਬਾਰੇ ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਫਰੀਦ ਜੀ ਦੀ ਇੱਕ ਸ਼ਾਦੀ ਨਾਸਰਦੀਨ ਮਹਿਮੂਦ ਬਾਦਸ਼ਾਹ ਦਿੱਲੀ ਦੀ ਪੁੱਤਰੀ ਹਜ਼ਬਰਾ ਨਾਲ ਹੋਈ, ਜਿਸ ਨੂੰ ਫਰੀਦ ਬਾਬਾ ਨੇ ਦਰਵੇਸ਼ੀ ਲਿਬਾਸ ਪਹਿਨਾ ਕੇ ਆਪਣੇ ਅੰਗ ਸੰਗ ਰੱਖਿਆ। ਇਸ ਸ਼ਾਦੀ ਤੋਂ ਇਲਾਵਾ ਆਪ ਦੀਆਂ 3 ਇਸਤਰੀਆਂ ਦੱਸੀਆਂ ਜਾਂਦੀਆਂ ਹਨ। ਕਿਹਾ ਜਾਂਦਾ ਹੈ ਕਿ ਆਪ ਦੀਆਂ 3 ਪੁੱਤਰੀਆਂ ਤੇ 5 ਪੁੱਤਰ ਸਨ। ਆਪ ਜੀ ਦਾ ਦੇਹਾਂਤ 15 ਅਕਤੂਬਰ 1265 ਈਸਵੀ ਵਿੱਚ ਪਾਕਪਟਨ ਅੰਦਰ ਹੋਇਆ। ਆਪ ਦੇ ਵਿਸਾਲ ਮਗਰੋਂ ਉਹਨਾਂ ਦੀ ਦਰਵੇਸ਼ੀ ਭਾਵ ਰੂਹਾਨੀ ਗੱਦੀ ਉੱਪਰ ਆਪ ਜੀ ਦਾ ਵੱਡਾ ਸਪੁੱਤਰ ਦਮੀਨ ਬਦਰਦੀਨ ਸੁਲੇਮਾਨ ਬੈਠਾ। ਸ਼ੇਖ ਬ੍ਰਹਮ, ਜਿਸ ਦੀ ਗੁਰੂ ਨਾਨਕ ਦੇਵ ਜੀ ਨਾਲ ਮੁਲਾਕਾਤ ਹੋਈ ਸੀ, ਉਹ ਬਾਬਾ ਫਰੀਦ ਜੀ ਦੀ ਬੰਸਾਵਲੀ ਵਿੱਚੋਂ ਸੀ। ਇਸ ਪਾਸ ਹੀ ਬਾਬਾ ਫਰੀਦ ਜੀ ਦੇ ਸ਼ਲੋਕ ਪੰਜਾਬੀ ਰਚਨਾ ਸਨ, ਜੋ ਗੁਰੂ ਨਾਨਕ ਦੇਵ ਜੀ ਨੂੰ ਸੁਣਾਏ ਗਏ ਤੇ ਉਹਨਾਂ ਨੇ ਆਪਣੇ ਪਾਸ ਇਹਨਾਂ ਸ਼ਲੋਕਾਂ ਦਾ ਉਤਾਰਾ ਕਰ ਲਿਆ ਤੇ ਇਹੋ ਸ਼ਲੋਕ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਪ੍ਰਾਪਤ ਕਰਨ ਵੇਲੇ ਮਿਲੇ ਤੇ ਮਗਰੋਂ ਗੁਰੂ ਅਮਰਦਾਸ ਜੀ ਪਾਸ ਆਏ ਤੇ ਅੰਤ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਦੇਖ ਰੇਖ ਵਿੱਚ ਗੁਰੂ ਸਾਹਿਬਾਨ ਦੇ 18 ਸ਼ਲੋਕ ਇਹਨਾਂ ਸ਼ਲੋਕਾਂ ਵਿੱਚ ਅਰਥਾਂ ਦੀ ਸਪਸ਼ਟਤਾ ਲਈ ਸੰਕਲਿਤ ਕਰ ਦਿੱਤੇ। 18 ਸ਼ਲੋਕ ਇਹਨਾਂ ਸ਼ਲੋਕਾਂ ਵਿੱਚ ਅਰਥਾਂ ਦੀ ਸਪਸ਼ਟਤਾ ਲਈ ਸੰਕਲਿਤ ਕਰ ਦਿੱਤੇ ਸਨ। ਫਰੀਦ ਜੀ ਦਾ ਜੀਵਨ ਉਹਨਾਂ ਦੇ ਵਿਚਾਰਾਂ ਨਾਲ ਠੀਕ ਮੇਲ ਖਾਂਦਾ ਹੈ। ਉਹਨਾਂ ਆਪਣੇ ਉੱਤਮ ਵਿਚਾਰਾਂ ਨੂੰ ਆਪਣੇ ਜੀਵਨ ਵਿੱਚ ਜੀਵਿਆ ਤੇ ਘਟਾਇਆ ਤੇ ਅਜਿਹਾ ਹੀ ਜੀਵਨ ਜੀਵਿਆ। ਫਰੀਦ ਜੀ ਅਧਿਆਤਮਕ ਜਾਂ ਰੂਹਾਨੀ ਰਹੱਸਵਾਦ ਦਾ ਜੀਵਨ ਜਿਉਂਦੇ ਰਹੇ। ਉਹ ਪਹਿਲੇ ਮਹਾਂਪੁਰਸ਼ ਸਨ ਜਿਨ੍ਹਾਂ ਨੇ ਪੰਜਾਬੀ ਨੈਤਿਕਤਾ ਐਥਿਕਸ ਦੀ ਨੀਂਹ ਰੱਖੀ। ਉਹਨਾਂ ਦਾ ਸਦਾਚਾਰ ਭਾਵ ਨੈਤਿਕਤਾ ਦਾ ਸੰਕਲਪ ਸਰਬ-ਵਿਆਪੀ ਤੇ ਸਰਬਕਾਲੀ ਸੀ। ਫਰੀਦ ਬਾਣੀ ਵਿੱਚ ਅਧਿਆਤਮਕ ਤੇ ਨੈਤਿਕ 2 ਮੁਖੀ ਧਾਰਾਵਾਂ ਹਨ। ਨੈਤਿਕ ਸਿੱਖਿਆ ਵਿੱਚ ਸਵੈ ਕਾਬੂ ਨੂੰ ਉਹਨਾਂ ਨੇ ਮੁੱਖ ਤੇ ਕੇਂਦਰੀ ਨਿਯਮ ਦੱਸਿਆ ਹੈ। ਅਧਿਆਤਮਕ ਫਲਸਫੇ ਦਾ ਆਧਾਰ ਉਹਨਾਂ ਦਾ ਨਾਮ ਤੇ ਅੱਲਾਹ ਦਾ ਇਸ਼ਕ ਤੇ ਦੀਦਾਰ ਹੈ। ਫਰੀਦ ਜੀ ਦੀ ਰਚਨਾ। ਬਾਬਾ ਫਰੀਦ ਜੀ ਦੀ ਰਚਨਾ ਨਾਲ ਇੱਕਦਮ ਪੰਜਾਬੀ ਦੀ ਅਧਿਆਤਮਕ ਤੇ ਰਹੱਸਵਾਦੀ ਬਾਣੀ ਦਾ ਠੁਕ ਵੱਜਦਾ ਹੈ। ਉਸ ਦਾ ਮੁਹਾਵਰਾ ਸਥਿਰ ਹੁੰਦਾ ਹੈ, ਉਸ ਦੀ ਬਿੰਬਾਵਲੀ ਕਾਇਮ ਹੁੰਦੀ ਹੈ ਅਤੇ ਅਦਭੁਤ ਚਿੱਤਰਕਲਾ ਪੰਜਾਬੀ ਕਾਵਿ ਵਿੱਚ ਪ੍ਰਗਟ ਹੁੰਦੀ ਹੈ। ਰਹੱਸਵਾਦ ਦੀ ਚਿੰਨ੍ਹ ਤੇ ਪ੍ਰਤੀਕ ਉਘੜ ਕੇ ਸਾਹਮਣੇ ਆਉਂਦੇ ਹਨ। ਪ੍ਰਤੀਕ ਤੋਂ ਭਾਵ ਪ੍ਰਤੀਬਿੰਬ ਜਾਂ ਤਸਵੀਰ ਹੈ। ਜੋ ਰਹੱਸਵਾਦੀ ਬਿੰਬਾਵਲੀ ਫਰੀਦ ਜੀ ਨੇ ਵਰਤੀ, ਗੁਰੂ ਸਾਹਿਬਾਨ ਨੇ ਉਸ ਦੀ ਪੈਰਵੀ ਕੀਤੀ ਤੇ ਉਸ ਨੂੰ ਗੁਰਬਾਣੀ ਵਿੱਚ ਪ੍ਰਵਾਨ ਕਰਕੇ ਅਮਰ ਕੀਤਾ।
ਬਾਬਾ ਫਰੀਦ ਜੀ ਦੀ ਰਚਨਾ ਦਾ ਪਿੰਡਾ ਨਿਪੁੰਨ ਕਲਾ ਦੀ ਕਾਢਤ ਹੈ। ਉਹਨਾਂ ਨੇ ਆਪਣੇ ਅਨੁਭਵ ਤੇ ਚਿੰਤਨ ਨੂੰ ਅਲੌਕਿਕ ਬਿੰਬਾਵਲੀ ਵਿੱਚ ਪ੍ਰਗਟ ਕੀਤਾ ਹੈ। ਪ੍ਰਤੀਕ, ਚਿੰਨ੍ਹ, ਰੂਪਕ, ਉਪਮਾ ਉਸ ਬਿੰਬਾਵਲੀ ਦੇ ਮਸ਼ਹੂਰ ਪੱਖ ਹਨ। ਫਰੀਦ ਜੀ ਨੇ ਕਾਵਿ ਤੇ ਰਾਗ ਦੇ ਸੰਬੰਧ ਨੂੰ ਪ੍ਰਵਾਨ ਕੀਤਾ। ਕਾਵਿ ਰੂਪਾਂ ਵਿੱਚ ਸ਼ਲੋਕ, ਪਦੇ, ਅਸ਼ਟਪਦੀ ਨੂੰ ਵਰਤਿਆ। ਚਾਰ ਸ਼ਬਦਾਂ ਵਿੱਚ ਦੋ ਚਾਰ ਪਦੇ, ਇੱਕ ਤ੍ਰਿਪਦਾ ਤੇ ਇੱਕ ਅਸ਼ਟਪਦੀ ਹੈ। ਬਾਬਾ ਫਰੀਦ ਜੀ ਦੀ ਪ੍ਰਤਿਭਾ ਮਨ ਦਾ ਪ੍ਰਕਾਸ਼ ਦੀ ਪਰਵਰਿਸ਼ ਕੁਰਾਨ ਦੀ ਸਿੱਖਿਆ ਤੇ ਵਿਚਾਰਧਾਰਾ ਤੇ ਹੋਈ ਸੀ, ਪਰ ਜੋ ਚਿੰਤਨ ਉਹਨਾਂ ਨੇ ਪੰਜਾਬੀ ਰਚਨਾ ਵਿੱਚ ਦਿੱਤਾ ਉਸ ਦਾ ਉਦਾਰ ਬਹੁਤ ਕਰਕੇ ਜਾਤੀ ਅਨੁਭਵ ਸੀ। ਉਹਨਾਂ ਦੀ ਵਿਚਾਰਧਾਰਾ ਕੁਰਾਨ ਦੀ ਸਿੱਖਿਆ ਦਾ ਸਾਰ ਭਾਵੇਂ ਹੈ, ਪਰ ਉਸ ਦਾ ਅਨੁਵਾਦ ਭਾਵ ਟ੍ਰਾਂਸਲੇਸ਼ਨ ਨਹੀਂ ਹੈ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਭਗਤ ਬਾਣੀ ਵੇਦਾਂ ਦਾ ਸਾਰ ਭਾਵੇਂ ਹੈ, ਪਰ ਵੇਦਾਂ, ਉਪਨਿਸ਼ਦਾਂ, ਸ਼ਾਸਤਰਾਂ, ਪੁਰਾਣਾਂ ਦਾ ਅਨੁਵਾਦ ਜਾਂ ਟ੍ਰਾਂਸਲੇਸ਼ਨ ਨਹੀਂ। ਗੁਰਬਾਣੀ ਵਿੱਚ ਵੀ ਜਾਤੀ ਅਨੁਭਵ ਦੀ ਮੌਲਿਕਤਾ ਤੇ ਵਿਲੱਖਣਤਾ ਹੈ, ਭਾਵੇਂ ਇਹ ਵੇਦ ਦੇ ਕੌਮੀ ਵਿਰਸੇ ਦੇ ਬਲ ਨਾਲ ਹੀ ਪ੍ਰਕਾਸ਼ਮਾਨ ਹੈ। ਤਾਂ ਵੀ ਇਹ ਕਹਿਣਾ ਠੀਕ ਪ੍ਰਤੀਤ ਹੁੰਦਾ ਹੈ ਕਿ ਸ਼ੇਖ ਫਰੀਦ ਪਹਿਲੇ ਅਨੁਭਵੀ ਮਹਾਂਪੁਰਸ਼ ਹਨ, ਜਿਨ੍ਹਾਂ ਨੇ ਕੁਰਾਨ ਦੀ ਵਿਚਾਰਧਾਰਾ ਦੇ ਸਾਰੇ ਨਿਪੁੰਨ, ਸਾਦਗੀ, ਸਰਲਤਾ, ਸਪਸ਼ਟ ਤੇ ਅਸਲੋਂ ਮੌਲਿਕ ਰੂਪ ਵਿੱਚ ਪੰਜਾਬੀ ਕਾਵਿ ਵਿੱਚ ਪ੍ਰਵੇਸ਼ ਕੀਤਾ, ਤੇ ਕਾਵਿ ਵੀ ਉਸ ਪੱਧਰ ਦਾ ਕਿ ਜਿਸ ਨੂੰ ਬਾਣੀ ਕਿਹਾ ਜਾ ਸਕਿਆ। ਫਰੀਦ ਜੀ ਨੇ ਕੁਰਾਨ ਦੇ ਬਹੁਤ ਸਾਰੇ ਵਿਸ਼ਿਆਂ ਨੂੰ ਪੰਜਾਬੀ ਕਾਵਿ ਵਿੱਚ ਲਿਆਉਣ ਦੀ ਬਿਲਕੁਲ ਲੋੜ ਹੀ ਨਹੀਂ ਸਮਝੀ, ਕਿਉਂਕਿ ਉਹਨਾਂ ਵਿਸ਼ਿਆਂ ਦਾ ਸੰਬੰਧ ਅਰਬੀ ਦੇਸ਼ਾਂ ਦੇ ਸਮਾਜਿਕ ਵਾਤਾਵਰਣ, ਰੀਤਾਂ ਰਸਮਾਂ ਤੇ ਰਿਵਾਜਾਂ ਨਾਲ ਸੀ। ਜਿਨ੍ਹਾਂ ਵਿਸ਼ਿਆਂ ਤੇ ਫਰੀਦ ਜੀ ਨੇ ਪੰਜਾਬੀ ਰਚਨਾ ਵਿੱਚ ਬਲ ਦਿੱਤਾ ਉਹ ਹਨ: ਪਹਿਲਾ, ਬੰਦਗੀ ਜਾਂ ਰੱਬ ਨਾਲ ਦਿਲੀ ਮੁਹੱਬਤ। ਦੂਸਰਾ, ਨਿਰਲੇਪਤਾ। ਤੀਸਰਾ, ਮੌਤ ਦਾ ਸੰਕਲਪ। ਚੌਥਾ ਹੈ ਬਿਰਹਾ। ਪੰਜਵਾਂ, ਰੱਬ ਦੀ ਰਜ਼ਾ। ਛੇਵਾਂ, ਮੁਰਸ਼ਦ ਦੀ ਸ਼ਰਨ ਭਾਵ ਗੁਰੂ ਦੀ ਸ਼ਰਨ। ਤੇ ਸੱਤਵਾਂ, ਸਦਾਚਾਰਕ ਕੀਮਤਾਂ, ਐਥੀਕਲ ਵੈਲਿਊਜ਼। ਪਹਿਲਾ ਹੈ ਬੰਦਗੀ। ਬੰਦਗੀ ਫਰੀਦ ਜੀ ਦੇ ਚਿੰਤਨ ਦੀ ਪਹਿਲੀ ਬੁਨਿਆਦੀ ਚੀਜ਼ ਬੰਦਗੀ ਹੈ। ਬੰਦਗੀ ਦਿਲੀ ਮੁਹੱਬਤ ਹੈ। ਸੱਚੇ ਲੋਕ ਜਿਹੜੇ ਅੰਦਰੋਂ ਬਾਹਰੋਂ ਇੱਕ ਹੁੰਦੇ ਹਨ, ਉਹ ਦਿਲੋਂ ਮੁਹੱਬਤ ਕਰਦੇ ਹਨ, ਤੇ ਕੇਵਲ ਉਹ ਹੀ ਸੱਚੇ ਹਨ, ਬਾਕੀ ਕੱਚੇ ਹਨ, ਜਿਨ੍ਹਾਂ ਦੇ ਮਨ ਹੋਰ ਤੇ ਮੁਖ ਹੋਰ। ਫਰੀਦ ਜੀ ਲਿਖਦੇ ਹਨ, ਦਿਲੋਂ ਮੁਹੱਬਤ ਜਿਨ ਸੇ ਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ, ਸੇ ਖਾਂਡੇ ਕੱਚਿਆ। ਰਾਗ ਆਸਾ, ਅੰਕ 488। ਬੰਦਗੀ ਇਸ਼ਕ ਖੁਦਾ ਵਿੱਚ ਹੋਣਾ ਹੈ। ਇਰਾਦਾ ਦੀਦਾਰੇ ਖੁਦਾ ਦੇ ਰੰਗ ਵਿੱਚ ਮਸਤ ਹੋਣਾ ਹੈ। ਬੰਦਗੀ ਨਾਲ ਜੀਵਨ ਦਾ ਕਰਜ਼ਾ ਮੁੱਕਣਾ ਹੈ। ਨਾਮ ਵਿਸਰਨ ਨਾਲ ਜੀਵ ਪਾਪੀ ਹੋ ਕੇ ਧਰਤੀ ਤੇ ਭਾਰ ਹੋ ਜਾਂਦਾ ਹੈ। ਉਸ ਦੀ ਬੰਦਗੀ ਜਿਸ ਵਰਗੀ ਰਸੀਲੀ ਕੋਈ ਹੋਰ ਚੀਜ਼ ਨਹੀਂ ਹੈ। ਸ਼ੱਕਰ, ਖੰਡ, ਨਿਵਾਤ, ਗੁੜ ਆਦਿ ਇੰਨੇ ਮਿੱਠੇ ਨਹੀਂ ਜਿੰਨਾ ਰੱਬ ਮਿੱਠਾ ਹੈ। ਬੰਦਗੀ ਨਾਲ ਰੱਬ ਦੇ ਘਰ ਪੁੱਜਿਆ ਜਾ ਸਕਦਾ ਹੈ। ਗਲੀਆਂ ਵਿੱਚ ਚਿੱਕੜ ਹੈ, ਪੈਂਡਾ ਦੂਰ ਦਾ ਹੈ, ਮੀਂਹ ਵਰਸ ਰਿਹਾ ਹੈ, ਕੰਬਲੀ ਭਿੱਜਦੀ ਜਾ ਰਹੀ ਹੈ। ਸਿਦਕ ਵਾਲੇ ਕੰਬਲੀ ਭਿੱਜਣ ਦੀ ਪਰਵਾਹ ਨਹੀਂ ਕਰਦੇ, ਅਤੇ ਪਿਆਰੇ ਦਾ ਘਰ ਭਾਵੇਂ ਦੂਰ ਹੋਵੇ, ਪਰ ਬੰਦਗੀ ਵਾਲੇ ਪਹੁੰਚਦੇ ਜ਼ਰੂਰ ਹਨ। ਫਰੀਦਾ, ਗਲੀਏ ਚਿੱਕੜ ਦੂਰ ਕਰ, ਨਾਲ ਪਿਆਰੇ ਨੇ, ਚਲਾਂ ਤਾਂ ਭਿੱਜੇ ਕੰਬਲੀ, ਰਾਹਾਂ ਤਾਂ ਟੁੱਟੇ ਨੇ। ਸ਼ਲੋਕ 24। ਭਿੱਜਿਓ ਸਿੱਜਿਓ ਕੰਬਲੀ, ਅੱਲਾ ਵਰਸਿਓ ਮੇ, ਜਾਏ ਮਿਲਾ ਤਿਨਾ ਸੱਜਣਾ, ਟੁੱਟੋ ਨਾਹੀ ਨੇ। ਸ਼ਲੋਕ 25 ਨੰਬਰ। ਦੂਸਰਾ ਹੈ ਨਿਰਲੇਪਤਾ। ਦੁਨਿਆਵੀ ਪਦਾਰਥਾਂ ਦੀ ਬਾਹਰਲੀ ਚਮਕ ਦਮਕ ਹੈ, ਪਰ ਇਹ ਵਿਸ ਦੀਆਂ ਗੰਧਲਾਂ ਹਨ ਜੋ ਖੰਡ ਵਿੱਚ ਗਲੇਫੀਆਂ ਹੋਈਆਂ ਹਨ।
ਖਾਦਿਆਂ ਤੇ ਸਵਾਦੀ ਹਨ, ਪਰ ਫਿਰ ਮਨੁੱਖ ਨੂੰ ਮਾਰ ਦਿੰਦੀਆਂ ਹਨ। ਇਸ ਲਈ ਕੋਠੇ ਮੰਡਪ ਮਾੜੀਆਂ ਨਾਲ ਚਿੱਤ ਨਾ ਲਾਉਣ ਦੀ ਹਦਾਇਤ ਹੈ, ਅਤੇ ਨਾਲ ਹੀ ਦਲੀਲ ਹੈ ਕਿ ਮੌਤ ਮਗਰੋਂ ਇਹ ਸਭ ਧਰਿਆ ਧਰਾਇਆ ਰਹਿ ਜਾਣਾ ਹੈ। ਫਰੀਦਾ ਕੋਠੇ ਮੰਡਪ ਮਾੜੀਆਂ ਏਤ ਨਾ ਲਾਏ ਚਿੱਤ, ਮਿੱਟੀ ਪਈ ਅਤੋਲਵੀ, ਕੋਇ ਨਾ ਹੋਸੀ ਮਿਤ। ਸ਼ਲੋਕ 57। ਫਰੀਦਾ ਮੰਡਪ ਮਾਲ ਨਾ ਜਾਏ ਲਾਏ, ਮਗਰ ਸਤਾਣੀ ਚਿੱਤ ਧਰ, ਸਾਈ ਜਾਏ ਸੰਭਾਲ, ਜਿੱਥੇ ਹੀ ਤੋਂ ਵੰਝਣਾ। ਸ਼ਲੋਕ 58। ਤੀਸਰਾ ਹੈ ਮੌਤ ਦਾ ਸੰਕਲਪ। ਦੁਨਿਆਵੀ ਪਦਾਰਥਾਂ ਤੇ ਭੋਗਾਂ ਦੀ ਸਜ਼ਾ ਦਾ ਵਸੀਲਾ ਵੀ ਮੌਤ ਹੈ। ਮੌਤ ਅਵੇਸਲੇ ਜੀਵ ਨੂੰ ਜੋ ਮਾਇਆ ਦੀ ਖੇਡਾਂ ਵਿੱਚ ਲੱਗਾ ਹੁੰਦਾ ਹੈ, ਆ ਪਕੜਦੀ ਹੈ, ਜਿਵੇਂ ਦਰਿਆਵੇ ਕੰਨੇ ਬੈਠੇ ਕੇਲ ਕਰਿੰਦੇ ਬਗਲੇ ਨੂੰ ਬਾਜ ਪੈ ਜਾਂਦਾ ਹੈ ਤੇ ਉਸ ਨੂੰ ਚੁੱਕ ਕੇ ਲੈ ਜਾਂਦਾ ਹੈ। ਅਤੇ ਮੌਤ ਦਾ ਬੰਨਾ ਦਰਿਆ ਦੀ ਢਾਹ ਵਾਂਗ ਦਿਸਦਾ ਹੈ। ਫਰੀਦਾ ਮੌਤੇ ਦਾ ਬੰਨਾ ਐਵੇਂ ਦਿਸੈ, ਜਿਉਂ ਦਰਿਆਵੇ ਢਾਹ, ਅੱਗੇ ਦੋਦਕ ਤਪਿਆ ਸੁਣੀਏ, ਅਲੂ ਪਵੇ ਕਹਾ। ਸ਼ਲੋਕ 98। ਫਰੀਦਾ ਦਰਿਆਵੀ ਕੰਨੇ ਬਗਲਾ ਬੈਠਾ ਕੇਲ ਕਰੇ, ਕੇਲ ਕਰੀਂਦੇ ਹੰਝ ਨੂੰ ਅਚਿੰਤੇ ਬਾਜ ਪਏ। ਸ਼ਲੋਕ 99। ਹੰਝ ਦੀ ਥਾਂ ਤੇ ਪਦਛੇਦ ਵਿੱਚ ਬਗ ਲਿਖਿਆ ਹੈ, ਕੇਲ ਕਰੀਂਦੇ ਬਗ ਨੂੰ ਅਚਿੰਤੇ ਬਾਜ ਪਏ। ਮਨੁੱਖ ਦਰਿਆ ਕੰਢੇ ਖਲੋਤਾ ਰੁੱਖ ਵਾਂਗ ਕਿੰਨਾ ਕੁ ਚਿਰ ਜਿਉਣ ਲਈ ਧੀਰਜ ਕਰੇਗਾ। ਕੰਧੀ ਉੱਤੇ ਰੁੱਖੜਾ, ਕਿਚਰਕ ਤੰਨੇ ਬੰਨੇ ਧੀਰ, ਫਰੀਦਾ ਕੱਚੇ ਭਾਂਡੇ ਰੱਖੀਏ, ਕਿਚਰ ਤਾਈ ਨੀਰ। ਕੰਧੀ ਉੱਤੇ ਰੁੱਖੜਾ, ਕਿਚਰਕ ਬੰਨੇ ਧੀਰ, ਫਰੀਦਾ ਕੱਚੇ ਭਾਂਡੇ ਰੱਖੀਏ, ਕਿਚਰ ਤਾਈ ਨੀਰ। ਚੌਥਾ ਹੈ ਬਿਰਹਾ। ਫਰੀਦ ਜੀ ਨੇ ਮਨ ਵਿੱਚ ਰੱਬੀ ਵਸਲ ਲਈ ਇੱਕ ਅਤ ਤੀਖਣ ਸਿੱਖ ਜਾਂ ਲਗਨ ਸੀ। ਉਸੇ ਨੂੰ ਉਹਨਾਂ ਨੇ ਬਿਰਹਾ ਆਖਿਆ ਹੈ। ਉਹ ਬਿਰਹਾ ਦੀ ਚਿਣਕ ਪਾਠਕਾਂ ਦੇ ਦਿਲਾਂ ਵਿੱਚ ਵੇਖਣੀ ਚਾਹੁੰਦੇ ਸਨ। ਬਿਰਹਾ ਬਿਰਹਾ ਆਖੀਏ, ਬਿਰਹਾ ਤੂੰ ਸੁਲਤਾਨ, ਜਿਤ ਤਨ ਬਿਰਹੋ ਨਾ ਉਪਜੇ, ਸੋ ਤਨ ਜਾਣ ਮਸਾਨ। ਸ਼ਲੋਕ 36। ਇਹੋ ਵਿਛੋੜਾ ਦੀ ਪੀੜਾ ਹੈ। ਧਾਰਮਿਕ ਭਾਸ਼ਾ ਵਿੱਚ ਇਸ ਵਿਛੋੜੇ ਦਾ ਕਾਰਨ ਮਾਇਆ, ਦਵੈਤ, ਅਗਿਆਨ, ਹਉਮੈ ਆਦਿ ਦੀ ਕੰਧ ਨੂੰ ਮੰਨਿਆ ਗਿਆ ਹੈ। ਬਾਬਾ ਫਰੀਦ ਜੀ ਦੀ ਦਰਦ ਪਿੰਨੀ ਹੂਕ ਹੈ। ਟਪ ਟਪ ਲੋਏ ਲੋਏ ਹਾਥ ਮਰੋਰੂੰ, ਬਾਵਲ ਹੋਈ ਸੋ ਸੋ ਲੋਰੂੰ, ਤੈਸੈ ਮਨ ਮੈਂ ਕੀਆ ਰੋਸ, ਮੁਝ ਅਵਗਮ ਸਹਿ ਨਾਹੀ ਦੋਸ। ਅੰਕ 794। ਪੰਜਵਾਂ ਹੈ ਰਜ਼ਾ। ਸ੍ਰੀ ਗੁਰੂ ਨਾਨਕ ਦੇਵ ਜੀ ਜਪਜੀ ਸਾਹਿਬ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਮਨੁੱਖ ਤੇ ਪਰਮਾਤਮਾ ਵਿਚਕਾਰ ਅਗਿਆਨ ਦੀ ਕੰਧ ਖੜੀ ਹੈ, ਜਿਸ ਨੇ ਇਨਸਾਨ ਨੂੰ ਆਪਣੇ ਸੋਮੇ ਤੋਂ ਦੂਰ ਕੀਤਾ ਹੋਇਆ ਹੈ। ਇਹ ਕੰਧ ਜਦ ਤੱਕ ਦੂਰ ਨਹੀਂ ਹੋਵੇਗੀ, ਤਦ ਤੱਕ ਆਤਮਾ ਤੇ ਪਰਮਾਤਮਾ ਵਿਚਕਾਰ ਪਾੜਾ ਪਿਆ ਰਹੇਗਾ। ਇਸ ਅਗਿਆਨ ਅੰਧਕਾਰ ਦਾ ਪਰਦਾ ਪ੍ਰਭੂ ਦੀ ਰਜ਼ਾ ਉੱਪਰ ਤੁਰਨ ਨਾਲ ਟੁੱਟ ਜਾਂਦਾ ਹੈ, ਕਿਉਂਕਿ ਇਸ ਤਰ੍ਹਾਂ ਗਿਆਨ ਸੋਝ ਦਾ ਪ੍ਰਕਾਸ਼ ਹੋ ਜਾਂਦਾ ਹੈ ਤੇ ਅਗਿਆਨ ਅੰਧਕਾਰ ਉੱਡ ਜਾਂਦਾ ਹੈ। ਗੁਰੂ ਜੀ ਦੱਸਦੇ ਹਨ, ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੇ ਪਾਲ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਅੰਗ ਪਹਿਲਾ। ਬਾਬਾ ਫਰੀਦ ਜੀ ਵੀ ਰੱਬ ਦੀ ਰਜ਼ਾ ਉੱਪਰ ਤੁਰਨ ਵਿੱਚ ਹੀ ਉਸ ਦੀ ਮੰਜ਼ਲ ਨੂੰ ਦੇਖਦੇ ਹਨ ਤੇ ਸਬਰ ਸਬੂਰੀ ਭਾਣੇ ਦਾ ਉਪਦੇਸ਼ ਦਿੰਦੇ ਹਨ। ਕੰਦੀ ਵੈਣ ਨਾ ਢਾਏ, ਤੋਂ ਵੀ ਲੇਖਾ ਦੇਵਣਾ, ਜਿੱਧਰ ਰੱਬ ਰਜਾਏ, ਵੈਣ ਤਦਾਉ ਗਉ ਕਰੇ। ਛੇਵਾਂ ਹੈ ਮੁਰਸ਼ਦ ਦੀ ਸ਼ਰਨ। ਨਾਥ ਪੰਥ ਤੇ ਗੁਰਮਤ ਵਿੱਚ ਗੁਰੂ ਸ਼ਰਨ ਜਾਣ ਲਈ ਕਾਫੀ ਜ਼ੋਰ ਦਿੱਤਾ ਗਿਆ ਹੈ। ਗੁਰੂ ਪਰੰਪਰਾ ਭਾਰਤ ਅੰਦਰ ਮੁੱਢ ਕਦੀਮਾ ਤੋਂ ਚਲੀ ਆ ਰਹੀ ਹੈ। ਗੁਰਮਤ ਵਿੱਚ ਗੁਰੂ ਦੀ ਹੋਂਦ ਤੇ ਉਸ ਦੀ ਸ਼ਰਨ ਵਿੱਚ ਜਾਣਾ
ਅਤਿ ਜ਼ਰੂਰੀ ਦੱਸਿਆ ਹੈ। ਗੁਰੂ ਨਾਨਕ ਦੇਵ ਜੀ ਆਸਾ ਦੀ ਵਾਰ ਵਿੱਚ ਕਹਿੰਦੇ ਹਨ, ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਅੰਕ 463। ਸੂਫੀਆਂ ਵਿੱਚ ਵੀ ਮੁਰਸ਼ਦ ਦੀ ਸ਼ਰਨ ਵਿੱਚ ਜਾਣਾ ਅਤਿ ਜ਼ਰੂਰੀ ਖਿਆਲ ਕੀਤਾ ਜਾਂਦਾ ਹੈ। ਬਾਬਾ ਫਰੀਦ ਜੀ ਦੀ ਗੁਰੂ ਦੀ ਅਗਵਾਈ ਪ੍ਰਾਪਤ ਕਰਨ ਲਈ ਬੜੇ ਜ਼ੋਰਦਾਰ ਸ਼ਬਦਾਂ ਵਿੱਚ ਪ੍ਰੇਰਨਾ ਦਿੰਦੇ ਹਨ। ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਜੋ ਗੁਰੂ ਦੱਸੇ ਵਾਟ ਮੁਰੀਦਾ ਜੋਲੀਏ। ਅੰਗ 488। ਅਖੀਰਲਾ ਹੈ 7ਵਾਂ ਸਦਾਚਾਰ ਕੀਮਤਾਂ। ਮਨੁੱਖ ਜ਼ਿਆਦਾ ਤੌਰ ਤੇ ਭਾਵੇਂ ਕਿੰਨਾ ਵੀ ਭਗਤ ਹੋਵੇ, ਪਰ ਜਦ ਤੱਕ ਸਦਾਚਾਰੀ ਨਹੀਂ ਬਣਦਾ, ਤਦ ਤੱਕ ਉਸ ਦੀ ਭਗਤੀ ਕਬੂਲ ਨਹੀਂ ਪੈਂਦੀ। ਫਰੀਦਾ ਦਰ ਦਰਵੇਸੀ ਗਾਖੜੀ, ਚੋਪੜੀ ਪ੍ਰੀਤ, ਇਕਨਾ ਕਿਨੇ ਚਾਲੀਏ, ਦਰਵੇਸਾ ਵੀ ਰੀਤ। ਸ਼ਲੋਕ 118। ਸ਼ੇਖ ਫਰੀਦ ਜੀ ਦੀ ਨੈਤਿਕਤਾ ਵਿੱਚ ਜਿਨ੍ਹਾਂ ਨੈਤਿਕ ਮੁੱਲਾਂ ਨੂੰ ਪ੍ਰਧਾਨਤਾ ਮਿਲੀ ਹੈ, ਉਹ ਹਨ ਸਵੈ ਆਲੋਚਨਾ, ਧੀਰਜ, ਸਬਰ, ਅਹਿੰਸਾ, ਨਿਮਰਤਾ ਤੇ ਸੇਵਾ ਆਦਿ। ਸਬਰ ਅੰਦਰ ਸਾਬਰੀ, ਤਨ ਏਵੇ ਜਲੇਨ, ਹੋਣ ਨਜ਼ਦੀਕ ਖੁਦਾਏ ਦੇ, ਭੇਤ ਨਾ ਕਿਸੈ ਦੇਨ। ਸ਼ਲੋਕ 116। ਸਬਰ ਜਾਂ ਸੰਤੋਖ ਦੀ ਭਾਵਨਾ ਬਿਰਥੀ ਲਾਲਸਾ ਦੀ ਭਟਕਣ ਤੋਂ ਰੋਕਦੀ ਹੈ ਅਤੇ ਖਿਮਾ, ਨਿਮਰਤਾ ਆਦਿ ਗੁਣ ਮਨੁੱਖੀ ਰਿਸ਼ਤਿਆਂ ਨੂੰ ਨਿਰਵਿਘਨ ਕਰਨ ਵਾਲੇ ਹਨ। ਨਿਵਣ ਸੋ ਅੱਖਣ ਖਵਣ ਗੁਣ, ਜੇਵਾ ਮਣੀਆਂ ਮੰਤ, ਇਹ ਤਰ੍ਹਾਂ ਪੈਣੇ ਵੇਸ ਕਰ, ਤਾਂ ਵਸ ਆਵੀ ਕੰਤ। ਸ਼ਲੋਕ 127। ਇਸੇ ਤਰ੍ਹਾਂ ਬੇੜਾ ਬੰਦ ਨ ਸਕਿਓ, ਬੰਧਨ ਕੀ ਵੇਲਾ, ਪਰ ਸਰਵਰ ਜਬ ਉਛਲੇ, ਤਬ ਤਰਨ ਦੁਹੇਲਾ। ਅੰਕ 794। ਫਰੀਦ ਜੀ ਦੇ ਸੂਈ ਲਲਤ ਦੇ ਸ਼ਬਦ ਦਾ ਇਹ ਪਹਿਲਾ ਬੰਦ ਹੈ। ਵੇਲੇ ਸਿਰ ਨਾਮ ਰੂਪੀ ਬੇੜਾ ਤਿਆਰ ਨਾ ਕਰ ਸਕਿਆ ਤੇ ਜਦੋਂ ਸਰੋਵਰ ਉਛਲਣ ਲੱਗਾ, ਉਦੋਂ ਇਸ ਵਿੱਚ ਤਰਨਾ ਔਖਾ ਹੋ ਜਾਂਦਾ ਹੈ। ਫਰੀਦਾ ਅੱਖੀਂ ਦੇਖ ਪਤੀਣੀਆਂ, ਸੁਣ ਸੁਣ ਰੀਣੇ ਕੰਨ, ਸਾਖ ਪਕੰਦੀ ਆਈਆ, ਹੋਰ ਕਰਿੰਦੀ ਵਨ। ਸ਼ਲੋਕ ਨੰਬਰ 11। ਦਿਨ ਬ ਦਿਨ ਢਲਦੀ ਉਮਰ ਅਤੇ ਇਸ ਦੇ ਨਾਲ ਹੀ ਕਮਜ਼ੋਰੀ ਫੜਦੇ ਜਾ ਰਹੇ ਸਰੀਰਕ ਅੰਗ, ਅੱਖੀਆਂ ਤੇ ਕੰਨ ਆਦਿ ਫਰੀਦ ਜੀ ਨੂੰ ਚਿੰਤਾਤਰ ਵੀ ਕਰਦੇ ਹਨ। ਇਸ ਦਸ਼ਾ ਨੂੰ ਇਉਂ ਕਹਿਣ ਲਈ ਮਜਬੂਰ ਕਰਦੀ ਹੈ, ਫਰੀਦਾ ਕਿੱਥੇ ਤੈਡੇ ਮਾਪਿਆਂ, ਜਿੰਨੀ ਤੂੰ ਜਣਿਓ, ਤੈ ਪਾਸੋਂ ਉਹ ਲੱਦ ਗਏ, ਤੂੰ ਅਜੇ ਨਾ ਪਤੀਣਿਓ। ਇਸ ਲਈ ਫਰੀਦਾ ਜਿੰਨੀ ਕਮੀ ਨਾਏ ਗੁਣ, ਤੇ ਕਮੜੇ ਵਿਸਾਰ, ਮਤ ਸਰਵਿੰਦਾ ਥੀਵੀਂ, ਸਾਈਂ ਦੇ ਦਰਬਾਰ। ਸ਼ਲੋਕ 59। ਅਤੇ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹਟਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਝ ਪਾਏ। ਸ਼ਲੋਕ 78। ਫਰੀਦ ਜੀ ਦੀ ਬਾਣੀ ਵਿੱਚੋਂ ਸਾਰੇ ਪ੍ਰਮਾਣ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਉਹਨਾਂ ਦੇ ਹਿਰਦੇ ਅੰਦਰ ਆਪਣੇ ਮਹਿਬੂਬ ਅੱਲਾ ਦੇ ਮਿਲਣ ਦੀ ਡੂੰਘੀ ਤੜਪ ਸੀ। ਇਹੋ ਤੜਪ ਉਹਨਾਂ ਦੀ ਸਾਰੀ ਰਚਨਾ ਦਾ ਮੁੱਖ ਵਿਸ਼ਾ ਹਮੇਸ਼ਾ ਬਣਿਆ ਰਿਹਾ। ਆਦਿ ਗ੍ਰੰਥ ਸਾਹਿਬ ਜੀ ਤੋਂ ਬਾਹਰ ਫਰੀਦ ਬਾਣੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਫਰੀਦ ਜੀ ਦੇ ਨਾਂ ਹੇਠ ਕਾਫੀ ਬਾਣੀ ਪ੍ਰਾਪਤ ਹੋ ਰਹੀ ਹੈ। ਇੱਕ ਨਸੀਹਤਨਾਮੇ ਦਾ ਹਵਾਲਾ ਡਾਕਟਰ ਮੋਹਨ ਸਿੰਘ ਨੇ ਦਿੱਤਾ ਹੈ। ਸਾਨੂੰ ਇਸ ਬਾਰੇ ਵਿਚਾਰ ਕਰਨ ਦੀ ਲੋੜ ਨਹੀਂ, ਪਰ ਟੂਕ ਮਾਤਰ ਕੁਝ ਰਚਨਾ ਇਸ ਤਰ੍ਹਾਂ ਹੈ। ਪਹਿਲੀ, ਫਰੀਦਾ ਐਸਾ ਹੋਏ ਰਹੋ, ਜੈਸਾ ਕੱਖ ਮਸੀਤ, ਪੈਰਾਂ ਥੱਲੇ ਲਿਤਾੜੀਏ, ਤੂੰ ਕਦੇ ਨਾ ਛੋਡੇ ਪ੍ਰੀਤ। ਦੂਸਰਾ, ਫਰੀਦਾ ਜੰਗਲ ਢੂੰਡੇ ਸੰਘਣਾ, ਲੰਪੇ ਲੁੜਿਆ ਨਾ ਵਤ, ਤੱਕ ਹੁਜਰਾ ਦਰਗਾਹ ਦਾ, ਇਸ ਵਿੱਚ ਝਾਤੀ ਕੱਤ। ਇਹ ਸ਼ਲੋਕ ਮਸਲੇ ਸ਼ੇਖ ਫਰੀਦ ਪੁਸਤਕ ਵਿੱਚ ਹਨ, ਜੋ ਮੁਲਤਾਨੀ ਪੰਜਾਬੀ ਵਿੱਚ ਹੈ। ਸ਼ੇਖ ਫਰੀਦ ਤੇ ਉਹਨਾਂ ਦੀ ਵਿਚਾਰਧਾਰਾ। ਸੂਫੀ ਮਤ ਜਾਂ ਬਾਬਾ ਫਰੀਦ ਜੀ ਕਿਸੇ ਨਵੀਂ ਵਿਚਾਰਧਾਰਾ ਦੀ
ਨਵੀਂ ਕਾਢ ਕੱਢਣ ਵਾਲੇ ਨਹੀਂ, ਸਗੋਂ ਪਰੰਪਰਾ ਉੱਪਰ ਹਜ਼ਾਰਾਂ ਵਰਸ਼ਾਂ ਤੋਂ ਅੱਜ ਤੱਕ ਚੱਲੀਆਂ ਆ ਰਹੀਆਂ ਅਧਿਆਤਮਕ ਤੇ ਸਦਾਚਾਰਕ ਕੀਮਤਾਂ ਦੀ ਪ੍ਰੋੜਤਾ ਕਰਨ ਵਾਲੇ ਹਨ। ਇਸੇ ਲਈ ਸੂਫੀ ਦਰਵੇਸ਼ ਹੋਰ ਅਧਿਆਤਮਕ ਆਗੂਆਂ ਵਾਂਗ ਹੀ ਸਰਬ ਦੇ ਸਾਂਝੇ, ਸਰਬ ਲੋਕਪ੍ਰਿਯ, ਅੰਤਰਰਾਸ਼ਟਰੀ ਤੇ ਸਦੀਵ ਕਾਲੀ ਹਨ। ਉਹਨਾਂ ਦਾ ਸੰਦੇਸ਼ ਤੇ ਉਪਦੇਸ਼ ਅਮਲ, ਅਟਲ ਤੇ ਸਤਿਕਾਰਯੋਗ ਹੈ। ਇਹੀ ਕਾਰਨ ਹੈ ਕਿ ਬਾਬਾ ਫਰੀਦ ਜੀ ਦੇ ਸ਼ਰਧਾਲੂਆਂ ਵਿੱਚ ਅਨਮਤੀਆਂ ਦੇ ਨਾਂ ਆਉਂਦੇ ਹਨ ਅਤੇ ਉਹਨਾਂ ਦੇ ਵਚਨਾਂ ਵਿੱਚ ਹਿੰਦੂਆਂ ਤੇ ਮੁਸਲਮਾਨਾਂ, ਅਰਬੀ, ਫਾਰਸੀ, ਭਾਰਤ ਤੇ ਈਰਾਨ ਆਦਿ ਦੀ ਸਾਂਝੀ ਸ਼ਬਦਾਵਲੀ, ਬਿੰਬ ਤੇ ਦ੍ਰਿਸ਼ਟਾਂਤ ਹਨ। ਇਹ ਸਰਬ ਸਾਂਝੀ ਮਾਨਵਤਾ ਦੀ ਸੋਚ ਤੇ ਸੇਧ ਕਾਰਨ ਹੀ ਸਿੱਖ ਮੱਤ ਦੇ ਗੁਰੂ ਦੀ ਪਦਵੀ ਉੱਤੇ ਸਥਾਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਬਾ ਫਰੀਦ ਜੀ ਦੇ ਸੰਦੇਸ਼ ਨੂੰ ਉਹੀ ਸਨਮਾਨ, ਸਥਾਨ ਤੇ ਸਤਿਕਾਰ ਪ੍ਰਾਪਤ ਹੈ ਜੋ ਗੁਰੂ ਸਾਹਿਬਾਨ ਦੇ ਆਪਣੇ ਵਚਨਾਂ ਲਈ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਸ਼ੇਖ ਫਰੀਦ ਜੀ ਦੀ ਰਚਨਾ ਇੱਕ ਤਰ੍ਹਾਂ ਨਾਲ ਸੂਫੀ ਮਤ ਦੀ ਪ੍ਰਤੀਨਿਧ ਰਚਨਾ ਹੈ, ਕਿਉਂਕਿ ਹੋਰ ਕਿਸੇ ਦਰਵੇਸ਼ ਦੀ ਰਚਨਾ ਇਸ ਸਾਂਝੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਨਹੀਂ। ਇਸ ਤੋਂ ਸੁਭਾਵਕ ਹੀ ਇਹ ਸਿੱਟਾ ਨਿਕਲਦਾ ਹੈ ਕਿ ਗੁਰਬਾਣੀ ਤੇ ਭਗਤ ਬਾਣੀ ਦੋਹਾਂ ਦੀ ਸਾਂਝ ਸ਼ੇਖ ਫਰੀਦ ਜੀ ਦੀ ਵਿਚਾਰਧਾਰਾ ਨਾਲ ਮੇਲ ਖਾਂਦੀ ਹੈ। ਫਰੀਦ ਜੀ ਦੀ ਵਿਚਾਰਧਾਰਾ ਮਾਨਵਵਾਦ ਤੇ ਈਸ਼ਵਰਵਾਦ ਦਾ ਸੁਮੇਲ ਹੈ। ਉਹਨਾਂ ਨੇ ਨੈਤਿਕ ਤੇ ਅਧਿਆਤਮਕ ਧਾਰਾਵਾਂ ਨੂੰ ਮਨੁੱਖਤਾ ਅਤੇ ਪ੍ਰਭੂ ਦੇ ਪ੍ਰੇਮ ਉੱਤੇ ਕੇਂਦਰਿਤ ਕਰ ਦਿੱਤਾ ਹੈ। ਉਹਨਾਂ ਦਾ ਰੱਬ ਇੰਨਾ ਮਿੱਠਾ ਹੈ ਕਿ ਸ਼ੱਕਰਖੰਡ ਨਿਵਾਤ ਸਭੇ ਭੈੜੀਆਂ ਵਸਤਾਂ ਉਸ ਦੀ ਮਿਠਾਸ ਤੀਕ ਨਹੀਂ। ਰੱਬ ਲਈ ਅਥਾਹ ਪ੍ਰੇਮ ਤੇ ਉਸ ਦੇ ਮੇਲ ਲਈ ਤੀਬਰ ਬਲਵਾਨ ਇੱਛਾ ਬਾਬਾ ਫਰੀਦ ਜੀ ਦੇ ਫਲਸਫੇ ਤੇ ਵਿਚਾਰਧਾਰਾ ਦਾ ਸਾਰ ਅੰਸ਼ ਹੈ। ਫਰੀਦ ਜੀ ਅੱਲਾਹ, ਭਾਵ ਰੱਬ ਜਾਂ ਕਰਤਾ ਪੁਰਖ ਨੂੰ ਸ਼ੌ ਜਾਂ ਕੰਤ, ਪਤੀ, ਮਾਲਕ, ਪੀਰ, ਵਾਰ, ਨਾਮ ਖੁਦਾਏ, ਸਾਹਿਬ, ਸੱਜਣ, ਪਰਵਦਗਾਰ ਤੇ ਮਿੱਤਰ ਆਦਿ ਅਨੇਕ ਉਪਨਾਵਾਂ ਨਾਲ ਯਾਦ ਕਰਦੇ ਹਨ। ਬਾਬਾ ਫਰੀਦ ਜੀ ਦੀ ਦ੍ਰਿਸ਼ਟੀ ਵਿੱਚ ਵਿਅਕਤੀਗਤ ਰੂਪ ਵਿੱਚ ਮਨੁੱਖ ਦਾ ਸਰੀਰ ਕੰਧੀ ਉੱਤੇ ਰੁੱਖੜਾ ਜਾਂ ਕੱਚਾ ਭਾਂਡਾ ਅੰਤ ਖੇ ਹੋਣ ਵਾਲਾ ਤਨ ਹੈ। ਇਸ ਦਾ ਰਹਿਣ 4 ਕੁੰਟਾਂ ਵਿੱਚ ਕਿਤੇ ਨਹੀਂ। ਸਰੀਰ ਨੇ ਅੱਜ ਨਹੀਂ ਤਾਂ ਕੱਲ ਨਹੀਂ ਹੋਣਾ। ਇਸ ਨੂੰ ਮੌਤ ਦੇ ਬਾਅਦ ਨੇ ਅਚਿੰਤੇ ਹੀ ਆ ਕੇ ਚਪਟ ਲੈਣਾ ਹੈ। ਭਾਵੇਂ ਸਿਰ ਪਲਿਆ, ਦਾੜੀ ਪਲੀ ਤੇ ਦੰਦ ਭਾਵ ਚੱਬਣ, ਲੱਤਾਂ, ਅੱਖਾਂ, ਕੰਨ ਸਾਰੇ ਹੌਲੀ-ਹੌਲੀ ਬਹਿ ਗਏ ਦੀ ਅਵਸਥਾ ਸੁਚੇਤ ਕਰਦੇ ਹਨ। ਫਿਰ ਵੀ ਇਹ ਗਹਿਲਾ ਬਾਵਲਾ ਮਨ ਰੰਗ ਰਲੀਆਂ ਮਾਣਦਾ ਤੇ ਕੋਠੇ ਮੰਡਪ ਮਾੜੀਆਂ ਵਿੱਚ ਚਿੱਤ ਲਾਈ ਜਾਂਦਾ ਹੈ ਤੇ ਹੋਰ ਉਸਾਰੀ ਜਾਂਦਾ ਹੈ। ਬਾਬਾ ਫਰੀਦ ਜੀ ਨੂੰ ਮਨੁੱਖ ਉੱਤੇ ਇਹੀ ਉਲੰਭਾ ਹੈ। ਬਾਬਾ ਫਰੀਦ ਜੀ ਦੀ ਨੈਤਿਕ ਸਿੱਖਿਆ ਵਿੱਚ ਸਵੈ ਕਾਬੂ ਕੇਂਦਰੀ ਨਿਯਮ ਹੈ। ਮਨ ਦੀ ਸੰਤੁਲਿਤ ਅਵਸਥਾ ਇਹ ਫਰੀਦ ਜੀ ਦਾ ਨੈਤਿਕ ਉਪਦੇਸ਼ ਹੈ। ਸਵੈ ਕਾਬੂ ਦਾ ਇੱਕ ਹੋਰ ਪੱਖ ਸਬਰ, ਸੰਤੋਖ, ਸਹਿਨਸ਼ੀਲਤਾ ਦੇ ਰੂਪ ਵਿੱਚ ਵਿਅਕਤ ਹੋਇਆ ਹੈ। ਬੰਦਾ ਸਬਰ ਦਾ ਦਰਿਆ ਬਣ ਕੇ ਵਗੇ, ਆਪ ਰੁੱਖੀ ਸੁੱਕੀ ਖਾ ਕੇ ਠੰਡਾ ਪਾਣੀ ਪੀ ਛੱਡੇ, ਪਰ ਹੋਰਨਾਂ ਲਈ ਦਰਵੇਸ਼ਾਂ ਵਾਲੀ ਬਿਰਤੀ ਧਾਰਨ ਕਰੇ, ਜਿਨ੍ਹਾਂ ਪਾਸ ਰੁੱਖਾਂ ਦੀ ਜਿਰਾਂਦ ਤੇ ਸਹਿਨਸ਼ੀਲਤਾ ਹੁੰਦੀ ਹੈ। ਉਹ ਵਿਹਲੇ, ਸੁਸਤ ਤੇ ਬੈਰ ਪਰਾਇਆ ਬੈਸਣ ਨਾਲੋਂ ਮੌਤ ਨੂੰ ਚੰਗਾ ਮੰਨਦੇ ਹਨ। ਰੱਬੀ ਕਾਨੂੰਨ ਜਾਂ ਪ੍ਰਕਿਰਤਕ ਨਿਯਮਾਂ ਅਨੁਸਾਰ ਜੈਸੀ ਕਰਨੀ ਵੈਸੀ ਭਰਨੀ ਦੇ ਨਿਆਂ ਨੂੰ ਵੀ ਫਰੀਦ ਜੀ ਮੰਨਦੇ ਹਨ ਤੇ ਕਹਿੰਦੇ ਹਨ, ਫਰੀਦਾ ਲੋੜੇ ਦਾਖ ਬਿਜੌਰੀਆਂ ਕਿੱਕਰ ਬੀਜੈ ਜੱਟ, ਹੰਢੇ ਉਨ ਕਤਾਏ ਦਾ ਪੈਂਦਾ ਲੋੜੇ ਪੱਟ। ਸ਼ਲੋਕ 23। ਬਾਬਾ ਫਰੀਦ ਜੀ ਦੀ ਕਾਵ ਕਲਾ। ਬਿੰਬ। ਬਿੰਬ ਕਿਸੇ ਸਾਹਿਤਕਾਰ ਵੱਲੋਂ ਭਾਵ ਪ੍ਰਗਟਾਵੇ ਦਾ ਸਾਧਨ ਹੁੰਦਾ ਹੈ। ਬਿੰਬਵਾਦ ਭਾਵਾਂ ਦੇ ਵੇਗ ਤੋਂ ਰਹਿਤ ਹੈ ਤੇ ਇਸ ਦਾ ਸੁਭਾਅ
ਕਲਪਨਾਸ਼ੀਲ ਤੇ ਕਾਵਮਈ ਹੁੰਦਾ ਹੈ। ਇਸ ਵਿੱਚ ਬਿੰਬਾਂ ਦਾ ਚਿੰਨ੍ਹਾਂ ਰਾਹੀਂ ਜੀਵਨ ਦੇ ਬੌਧਿਕ, ਸਦਾਚਾਰਕ ਤੇ ਭਾਵਕ ਅਰਥ ਪ੍ਰਗਟ ਕੀਤੇ ਜਾਂਦੇ ਹਨ। ਕਵੀ ਦਾ ਭਾਵ ਜਾਂ ਵਿਚਾਰ ਅਮੂਰਤ ਹੁੰਦਾ ਹੈ, ਮੂਰਤ ਤੋਂ ਬਿਨਾਂ। ਉਹਨਾਂ ਭਾਵਾਂ ਜਾਂ ਵਿਚਾਰਾਂ ਦੇ ਮੂਰਤ ਰੂਪ ਧਾਰਨ ਵਾਲਾ ਮਾਧਿਅਮ ਬਿੰਬ ਅਖਵਾਉਂਦਾ ਹੈ। ਕਿਸੇ ਕਵੀ ਦੇ ਵਸਤੂ ਗਿਆਨ ਦਾ ਘੇਰਾ ਜਿੰਨਾ ਵਿਸ਼ਾਲ ਹੋਵੇਗਾ, ਉਨਾ ਹੀ ਉਸ ਪਾਸ ਬਿੰਬਾਂ ਦਾ ਭੰਡਾਰ ਅਮੀਰ ਹੋਵੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਬਾ ਫਰੀਦ ਜੀ ਦੇ ਸ਼ਬਦਾਂ ਅਤੇ ਸ਼ਲੋਕਾਂ ਦਾ ਅਧਿਐਨ ਦੱਸਦਾ ਹੈ ਕਿ ਉਹਨਾਂ ਦੀ ਸ਼ੈਲੀ ਵਧੇਰੇ ਕਰਕੇ ਬਿੰਬਮਈ ਹੀ ਹੈ। ਗੁਰੂ ਸਾਹਿਬਾਨ ਨੇ ਫਰੀਦ ਜੀ ਦੀ ਬਿੰਬਾਵਲੀ ਨੂੰ ਕਾਇਮ ਰੱਖਿਆ। ਫਰੀਦ ਜੀ ਨੇ ਦੇਹੀ ਤੇ ਆਤਮਾ ਨੂੰ ਧਨ, ਵਹੁਟੀ, ਰੁੱਖੜਾ, ਬਗਲਾ, ਭਾਂਡਾ, ਬੇੜਾ, ਮੌਤ ਨੂੰ ਵਰਨਾ, ਸਾਹ ਭੰਨਣਾ ਤੇ ਟਾ ਕਿਹਾ ਹੈ। ਸੰਸਾਰਕ ਪਦਾਰਥਾਂ ਨੂੰ ਵਿਸ਼, ਕਲਰ, ਬਾਗ, ਤਲ, ਸੁਰ ਆਦਿ ਗੁਰੂ ਸਾਹਿਬਾਨ ਨੇ ਇਹ ਸਾਰੇ ਬਿੰਬ ਵਰਤੇ ਹਨ ਅਤੇ ਉਹਨਾਂ ਹੀ ਪ੍ਰਸੰਗਾਂ ਤੇ ਅਰਥਾਂ ਵਿੱਚ ਵਰਤੇ ਹਨ ਜਿਨ੍ਹਾਂ ਵਿੱਚ ਫਰੀਦ ਜੀ ਨੇ ਵਰਤੇ ਹਨ। ਬਿੰਬ, ਚਿੰਨ੍ਹ ਜਾਂ ਅਲੰਕਾਰ ਕਵਿਤਾ ਵਿੱਚ ਆਏ ਵਿਚਾਰਾਂ ਦਾ ਸ਼ਿੰਗਾਰ ਵੀ ਹਨ ਤੇ ਨਿਖਾਰ ਵੀ। ਦ੍ਰਿਸ਼ਟਾਂਤ ਜਾਂ ਮਿਸਾਲਾਂ ਅਥਵਾ ਚਿੰਨ੍ਹ ਤੇ ਬਿੰਬ ਵਿਚਾਰ ਦੀ ਸਪਸ਼ਟਤਾ, ਸੁਖੈਨਤਾ ਅਤੇ ਕਾਵਿ ਨੂੰ ਯਾਦ ਰੱਖਣ ਵਿੱਚ ਸਹਾਈ ਬਣਦੇ ਹਨ। ਫਰੀਦ ਜੀ ਦੀ ਬੋਲੀ। ਪੁਰਾਤਨ ਭਾਰਤੀ ਭਾਸ਼ਾ ਵੈਦਿਕ ਸੰਸਕ੍ਰਿਤ ਤੋਂ ਪਾਲੀ ਭਾਸ਼ਾ, ਪਾਲੀ ਤੋਂ ਪ੍ਰਾਕਿਰਤਾਂ, ਪ੍ਰਾਕਿਰਤਾਂ ਤੋਂ ਅਪਭ੍ਰੰਸ਼ਾਂ ਹੋਂਦ ਵਿੱਚ ਆਈਆਂ। ਜਦ ਅਪਭ੍ਰੰਸ਼ਾਂ ਦੇ ਨਿਯਮ ਦੀ ਸਥਾਪਨਾ ਕੀਤੀ ਤਾਂ ਇਹ ਲੋਕ ਬੋਲੀ ਤੋਂ ਟੁੱਟ ਗਈਆਂ ਅਤੇ ਇਹਨਾਂ ਨੂੰ ਨਵੇਕਲੇ ਛੱਡ ਕੇ 1000 ਈਸਵੀ ਦੇ ਲਗਭਗ ਆਧੁਨਿਕ ਭਾਸ਼ਾਵਾਂ ਪੰਜਾਬੀ, ਬੰਗਾਲੀ, ਮਰਾਠੀ ਦਾ ਵਿਕਾਸ ਹੋਇਆ। ਆਧੁਨਿਕ ਭਾਰਤੀ ਭਾਸ਼ਾਵਾਂ ਦੇ ਨਾਲ ਅਪਭ੍ਰੰਸ਼ਾਂ ਦੀ ਪਰੰਪਰਾ ਵੀ ਕਾਫੀ ਸਮਾਂ ਪ੍ਰਚਲਿਤ ਰਹਿੰਦੀ ਹੈ। ਬਾਬਾ ਫਰੀਦ ਜੀ ਦਾ ਸਮਾਂ 12ਵੀਂ 13ਵੀਂ ਸਦੀ 1173 ਤੋਂ 1265 ਈਸਵੀ ਹੈ। ਇਸ ਲਈ ਫਰੀਦ ਬਾਣੀ ਉੱਪਰ ਅਪਭ੍ਰੰਸ਼ ਦੇ ਪ੍ਰਭਾਵ ਦਾ ਹੋਣਾ ਕੋਈ ਅਚਰਜ ਗੱਲ ਨਹੀਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪ ਜੀ ਦੀ ਅੰਕਲ ਬਾਣੀ ਦੀ ਬੋਲੀ ਸਮੁੱਚੇ ਰੂਪ ਵਿੱਚ ਤਾਂ ਕੇਂਦਰੀ ਪੰਜਾਬੀ ਹੈ, ਪਰ ਲਹਿੰਦੀ ਜਾਂ ਮੁਲਤਾਨੀ ਦਾ ਪ੍ਰਭਾਵ ਬਹੁਤ ਜ਼ਿਆਦਾ ਹੈ। ਆਪ ਨੇ ਉਰਦੂ, ਫਾਰਸੀ ਤੇ ਅਰਬੀ ਦੇ ਕਈ ਸ਼ਬਦਾਂ ਨੂੰ ਪੰਜਾਬੀ ਰੂਪ ਬਖਸ਼ਿਆ ਹੈ। ਮਲਕ, ਨਮਾਜ਼, ਤਨੂਰ, ਉਜੂ, ਸੂਫ, ਦਰਵੇਸ਼, ਗੋਰ, ਸ਼ੈਤਾਨ, ਫਰਿਸ਼ਤਾ, ਅੱਲਾ, ਮੌਤ, ਗਿਰੀਵਾਨ ਆਦਿ ਸ਼ਬਦਾਂ ਦੇ ਤਦਭਵ ਤਥਾ ਤਤਸਮ ਰੂਪਾਂ ਦੀ ਸਫਲ ਵਰਤੋਂ ਕੀਤੀ ਹੈ। ਇਸੇ ਤਰ੍ਹਾਂ ਦਿਓ, ਘਣੇ, ਤਿੱਦੂ, ਜੁੱਲਾਂ, ਕੂ, ਗੰਡੇਂਦਿਆਂ, ਕੇਕੜੋ, ਥੀਓ, ਮੈਂਡਾ, ਹੱਬੇ, ਨੱਦੜਾ, ਹਿਆਓ ਆਦਿ ਸ਼ਬਦ ਲਹਿੰਦੀ ਪੰਜਾਬੀ ਵਿੱਚੋਂ ਆਏ ਹਨ। ਕਿੱਚਰ, ਉਗਾਹਾਂ, ਚੌਂ ਜਣਿਆਂ, ਵਸਣ, ਚੁਗਣ ਆਦਿ ਨਿਰੋਲ ਠੇਠ ਪੰਜਾਬੀ ਦੇ ਸ਼ਬਦ ਹਨ। ਬਾਬਾ ਫਰੀਦ ਜੀ ਦਿੱਲੀ, ਹਾਂਸੀ ਅਤੇ ਅਜਮੇਰ ਵਿੱਚ ਵੀ ਟਿਕੇ ਰਹੇ ਹਨ, ਸੋ ਕੁਦਰਤੀ ਤੌਰ ਤੇ ਇੱਥੋਂ ਦੀ ਸਥਾਨਕ ਬੋਲੀ ਦਾ ਵੀ ਆਪ ਉੱਪਰ ਅਸਰ ਪੈਣਾ ਜ਼ਰੂਰੀ ਸੀ। ਬਾਬਾ ਫਰੀਦ ਜੀ ਕੇਵਲ ਸੂਫੀ ਕਾਵਿ ਨਾਲ ਹੀ ਸੰਬੰਧਿਤ ਨਹੀਂ, ਸਗੋਂ ਭਗਤੀ ਕਾਵਿ ਦੇ ਪ੍ਰਮੁੱਖ ਕਵੀ ਵਜੋਂ ਵੀ ਸਾਡੇ ਸਾਹਮਣੇ ਉੱਭਰ ਕੇ ਆਉਂਦੇ ਹਨ। ਸੁਚੇਤ, ਦਿਓਹਰੀ, ਜਿੱਤ, ਕੰਤ, ਮੰਤ, ਰੈਣ, ਵਿਕਾਰ, ਕੱਜਲ, ਲੋਚੇ, ਮਾਣਕ, ਧੀਰ, ਧਨ, ਵਰ ਆਦਿ ਸ਼ਬਦਾਂ ਵਿੱਚੋਂ ਹਿੰਦੀ ਦੀ ਨੁਹਾਰ ਪ੍ਰਤੱਖ ਦਿਖਾਈ ਦਿੰਦੀ ਹੈ। ਫਰੀਦ ਜੀ ਦੀ ਬੋਲੀ ਬੜੀ ਅਮੀਰ, ਮੌਲਿਕ, ਪਵਿੱਤਰ, ਭਾਵਕ ਤੇ ਡੂੰਘੇ ਵਿਚਾਰਾਂ ਵਾਲੀ ਹੈ। ਰਾੜਾ ਅੱਖਰ ਦੀ ਵਰਤੋਂ ਨਾਲ ਇੱਕ ਅਜੀਬ ਕਿਸਮ ਦੀ ਮਿਠਾਸ ਆਪ ਨੇ ਆਪਣੀ ਸ਼ਬਦਾਵਲੀ ਵਿੱਚ ਭਰ ਦਿੱਤੀ ਹੈ।
ਵਾਤੜੀ, ਗਾਖੜੀ, ਕੰਬਲੜੀ, ਠੰਡੜਾ, ਕੂਜੜਾ, ਰੁਖੜਾ, ਉਲੜਾ ਆਦਿ ਸ਼ਬਦਾਂ ਵਿੱਚੋਂ ਕੋਮਲਤਾ ਤੇ ਮਧੁਰਤਾ ਪ੍ਰਤੱਖ ਪ੍ਰਤਿਬਿੰਬਤ ਹੁੰਦੀ ਹੈ। ਆਪ ਜੀ ਨੇ ਜਾਣੇ ਪਛਾਣੇ ਲੋਕ ਮੁਹਾਵਰਿਆਂ ਵਾਲੇ ਅਲੰਕਾਰਾਂ ਦੀ ਵਰਤੋਂ ਨਾਲ ਆਪਣੀ ਕਵਿਤਾ ਨੂੰ ਸ਼ਿੰਗਾਰਿਆ ਹੈ। ਮਸਾਣ, ਕਥੂਰੀ, ਗੰਧ, ਹਿੰਗ, ਕਮਾਦ, ਤਿਲ, ਨਦੀ, ਰੁੱਖ, ਬੇੜਾ, ਬਾਲਣ ਆਦਿ ਇਹਨਾਂ ਅਲੰਕਾਰਾਂ ਦੇ ਕੁਝ ਉਦਾਹਰਣ ਹਨ। ਸੋ ਬਾਬਾ ਸ਼ੇਖ ਫਰੀਦ ਜੀ ਦਾ ਸਥਾਨ ਸੂਫੀ ਕਾਵਿ, ਭਗਤੀ ਕਾਵਿ, ਪੰਜਾਬੀ ਕਾਵਿ ਤੇ ਗੁਰਮਤਿ ਕਾਵਿ ਵਿੱਚ ਬੜੀ ਪ੍ਰਮੁੱਖਤਾ ਰੱਖਦਾ ਹੈ। ਫਰੀਦ ਜੀ ਨੇ ਛੰਦਾਂ ਵਿੱਚੋਂ ਦੋਹਰਾ, ਸੋਰਠਾ, ਚੌਪਈ ਅਤੇ ਗੀਤਮਈ ਪਦਿਆਂ ਦੀ ਰਚਨਾ ਕੀਤੀ ਹੈ। ਦੋਹਰਾ ਛੰਦ ਬਹੁਤ ਪੁਰਾਣਾ ਹੈ। ਪੰਜਾਬੀ ਕਵਿਤਾ ਦੇ ਹੁਣ ਤੱਕ ਮਿਲੇ ਲਿਖਤੀ ਨਮੂਨਿਆਂ ਚੋਂ ਅਤਿ ਪੁਰਾਣਾ ਨਮੂਨਾ ਸ਼ੇਖ ਫਰੀਦ ਜੀ ਦੇ ਸ਼ਲੋਕ ਹਨ ਅਤੇ ਇਹਨਾਂ ਵਿੱਚੋਂ ਬਹੁਤੇ ਸ਼ਲੋਕ ਦੋਹਰਾ ਛੰਦ ਵਿੱਚ ਹਨ। ਇਸ ਛੰਦ ਦੀਆਂ ਦੋ ਤੁਕਾਂ ਹਨ। ਹਰ ਤੁਕ ਵਿੱਚ 24 ਮਾਤਰਾ, ਪਹਿਲਾ ਵਿਸਰਾਮ 13 ਮਾਤਰਾ ਤੇ ਦੂਜਾ 11 ਮਾਤਰਾ ਤੇ ਹੁੰਦਾ ਹੈ। ਸੋਰਠਾ ਛੰਦ ਦੀਆਂ ਵੀ ਦੋ ਤੁਕਾਂ ਹੁੰਦੀਆਂ ਹਨ। ਹਰ ਤੁਕ ਵਿੱਚ 24 ਮਾਤਰਾ, ਵਿਸਰਾਮ ਦੋਹਰਾ ਤੋਂ ਉਲਟ 11 ਮਾਤਰਾ ਤੇ 13 ਮਾਤਰਾ ਤੇ ਹੁੰਦਾ ਹੈ। ਸੈਂਕੜੇ ਸਾਲ ਹੋਏ ਫਰੀਦ ਜੀ ਨੇ ਆਪਣੀ ਰਚਨਾ ਰਚੀ ਸੀ। ਉਹ ਅੱਜ ਵੀ ਪੁਰਾਣੀ ਨਹੀਂ ਹੋਈ। ਉਹਨਾਂ ਦੇ ਬੋਲ ਲੋਕਾਂ ਦੇ ਬੁੱਲ੍ਹਾਂ ਤੇ ਹਨ। ਰੋਜ਼ ਬਾ ਰੋਜ਼ ਜ਼ਿੰਦਗੀ ਵਿੱਚ ਉਹ ਲੋਕਾਂ ਦੇ ਮੁਹਾਵਰੇ ਬਣ ਗਏ ਹਨ। ਲੋਕਾਂ ਦੇ ਮੂੰਹ ਉਹ ਹੀ ਗੱਲ ਚੱਟਦੀ ਹੈ ਜੋ ਉਹਨਾਂ ਦੀ ਜ਼ਿੰਦਗੀ ਨਾਲ ਨਿਭਦੀ ਹੋਵੇ ਅਤੇ ਉਹਨਾਂ ਦੀ ਬੋਲੀ ਤੇ ਉਹਨਾਂ ਦੇ ਮੁਹਾਵਰੇ ਵੀ ਚਮਕਤ ਹੋਵੇ। ਇਤਿਹਾਸਕਾਰਾਂ ਨੇ ਆਖਿਆ ਸੀ ਕਿ ਭਾਰਤ ਵਿੱਚ ਇਸਲਾਮ ਤਲਵਾਰ ਨਾਲ ਕੱਟ ਤੇ ਬਾਬਾ ਫਰੀਦ ਜੀ ਵਰਗੇ ਸੂਫੀ ਦਰਵੇਸ਼ਾਂ ਰਾਹੀਂ ਵਧੇਰੇ ਪ੍ਰਚਲਿਤ ਹੋਇਆ ਸੀ। ਇੰਨੀਆਂ ਹੀ ਬੇਨਤੀਆਂ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।